ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਵੈਲਕਮ ਟੂ ਗੁਰੂ ਨਾਨਕ ਫੁਲਵਾੜੀ। ਜੋ ਵਾਹਿਗੁਰੂ ਦੀ ਬਖਸ਼ਿਸ਼ ਨਾਲ ਇਹ ਕਾਰਜ ਚੱਲ ਰਿਹਾ ਹੈ, ਸਾਰੇ ਸੰਗਤ ਆਨੰਦ ਮਨਾ ਰਹੀ ਹੈ ਔਰ ਗੁਰੂ ਮਹਾਰਾਜ ਦੀ ਬਖਸ਼ਿਸ਼ ਦੁਆਰਾ ਹੀ, ਉਹਦੀ ਬਲੈਸਿੰਗ ਦੁਆਰਾ ਹੀ ਇਹ ਕਾਰਜ ਹੋ ਸਕਦੇ ਹਨ। ਤੇ ਓਵਰ ਟੂ ਯੂ। ਕੱਲ ਦਾ ਜਿਹੜਾ ਚੈਪਟਰ ਚੱਲ ਰਿਹਾ ਸੀ ਗੁਰੂ, ਸਤਿਗੁਰੂ, ਵਾਹਿਗੁਰੂ ਤੋਂ ਅੱਗੇ ਹੁਕਮ ਦੇ ਨਾਲ ਜਿਹੜਾ ਤੁਸੀਂ ਜੋੜਨਾ ਚਾਹ ਰਹੇ ਸੀ, ਉਹ ਅੱਜ ਉਸਦੇ ਉੱਪਰ ਤੁਸੀਂ ਅੱਗੇ ਚਾਨਣ ਪਾ ਕੇ ਸਾਡਾ ਇਹਦੇ ਵਿੱਚ ਅੱਗੇ ਲੈ ਕੇ ਚੱਲੋ ਜੀ। ਵੀਰ ਜੀ, ਵੀਰ ਸੁਰਨਜੀਤ ਸਿੰਘ ਵੀਰ ਜੀ, ਪਲੀਜ਼। ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਨੀਸ਼ੀਅਲੀ ਮੈਂ ਰਿਕੁਐਸਟ ਕਰਦਿਆਂ ਕਿ ਬਾਕੀ ਸੰਗਤ ਇਸ ਵੇਲੇ ਆਪਣਾ ਆਡੀਓ ਮਿਊਟ ਕਰ ਲੇ, ਤਾਂ ਕਿ ਜੋ ਬੈਕਗ੍ਰਾਉਂਡ ਡਿਸਟਰਬੈਂਸ ਕਿਤੇ ਕਿਤੇ ਆ ਜਾਂਦੀ ਹੈ ਵਿੱਚ ਤੇ ਉਹਦੇ ਨਾਲ ਬਾਕੀਆਂ ਨੂੰ ਪਰੇਸ਼ਾਨੀ ਹੁੰਦੀ ਹੈ, ਉਹ ਨਹੀਂ ਹੋਏਗੀ। ਤੇ ਅਸੀਂ ਜੋ ਕੱਲ ਲਾਸਟ ਕੁਐਸਚਨ ਲਿਆ ਸੀ, ਪਹਿਲੇ ਅਸੀਂ ਡਿਸਕਸ਼ਨ ਕੀਤੀ ਸੀ ਗੁਰੂ, ਸਤਿਗੁਰੂ, ਵਾਹਿਗੁਰੂ, ਇਹਨਾਂ ਦੇ ਨਾਲ ਸੰਬੰਧਿਤ ਜੋ ਗੁਰਬਾਣੀ ਦੇ ਵਿੱਚ ਵਰਡ ਗੁਰੂ ਆਉਂਦਾ, ਸ਼ਬਦ ਗੁਰੂ ਆਉਂਦਾ, ਉਹਦੇ ਭਾਵ ਬਦਲਦੇ ਰਹਿੰਦੇ ਨੇ। ਜਿਸ ਤਰ੍ਹਾਂ ਦਾ ਸ਼ਬਦ ਹੋਏ, ਕਿਉਂਕਿ ਉਹ ਉਹਨਾਂ ਨੇ ਪੋਇਟਿਕ ਸੈਂਸ ਵਿੱਚ ਵੀ ਕਿਤੇ ਕਿਤੇ ਲਿਖਿਆ, ਪੂਰਾ ਸਤਿਗੁਰੂ ਨਹੀਂ ਵੀ ਲਿਖਿਆ ਜਾਂਦਾ ਕਿਤੇ, ਤੇ ਅਸੀਂ ਆਪਣੇ ਆਪ ਉਹਦਾ ਮਤਲਬ ਸਮਝ ਸਕਦੇ ਹਾਂ। ਕਿਉਂਕਿ ਜੋ ਸਤਿਗੁਰੂ ਹੈ ਔਰ ਜੋ ਵਾਹਿਗੁਰੂ ਹੈ ਉਹ ਹਰ ਜਗ੍ਹਾ ਪ੍ਰੈਜ਼ੈਂਟ ਹਨ, ਔਰ ਜੋ ਸਿਰਫ ਗੁਰੂ, ਜੋ ਕਿ ਇੱਕ ਦੇਹ, ਗੁਰੂ ਦੀ ਅਸੀਂ ਦੇਹ ਮੰਨਦੇ ਹਾਂ ਜਿਵੇਂ ਗੁਰੂ ਗ੍ਰੰਥ ਸਾਹਿਬ ਨੂੰ, ਉਹ ਗੁਰਦੁਆਰੇ ਦੇ ਅੰਦਰ ਹੀ ਪ੍ਰੈਜ਼ੈਂਟ ਨੇ, ਜਾਂ ਜਿੱਥੇ ਵੀ ਗੁਰੂ ਸਾਹਿਬਾਨ ਦਾ ਪ੍ਰਕਾਸ਼ ਹੋਇਆ ਉੱਥੇ ਪ੍ਰੈਜ਼ੈਂਟ ਹੁੰਦੇ ਨੇ। ਜਦੋਂ ਕਿ ਜੋ ਸਤਿਗੁਰੂ ਹੈ, ਜੋ ਕਿ ਮਾਰਗ ਹੈ, ਜੋ ਸਿੱਖਿਆ ਹੈ, ਜੋ ਗੁਰੂ ਦਾ ਵਚਨ ਹੈ, ਜੋ ਸ਼ਬਦ ਹੈ, ਉਹ ਹਰ ਜਗ੍ਹਾ ਪ੍ਰੈਜ਼ੈਂਟ ਹੈ। ਸੋ ਉਹ ਇੱਕ ਵਿਚਾਰ ਕੰਪਲੀਟ ਕਰ ਲਈ ਸੀ। ਔਰ ਸਾਡਾ ਜੋ ਲਾਸਟ ਕੁਐਸਚਨ ਸੀ ਇਸ ਟਾਈਮ ਸਕਰੀਨ ਤੇ ਹੈ ਕਿ ਜੋ ਗੁਰੂ ਹੈ ਉਹ ਗੁਰੂ ਦੀ ਇੰਨੀ ਮਹਿਮਾ ਕਿਉਂ ਕਰਦੇ ਹਨ, ਤੇ ਇਹ ਅਸੀਂ ਕੰਪਲੀਟ ਕਰ ਲਿਆ ਸੀ। ਮੈਂ ਸਿਰਫ ਕਨੈਕਟੀਵਿਟੀ ਦੇ ਪੁਆਇੰਟ ਆਫ ਵਿਊ ਨਾਲੇ ਲਾਸਟ ਕੁਐਸਚਨ ਇੱਥੇ ਦਿਖਾਇਆ, ਸੱਚੋ ਔਰ ਸਭ ਕੋ ਉੱਪਰ ਸੱਚ ਆਚਾਰ, ਟਰੂਥ ਇਜ਼ ਹਾਈਐਸਟ ਸਟਿਲ ਹਾਇਰ ਇਜ਼ ਟਰੂਥਫੁਲ ਲਿਵਿੰਗ। ਤੇ ਅਸੀਂ ਹੁਣ ਇਹਨੂੰ ਕੰਪਲੀਟ ਕਰਨ ਤੋਂ ਬਾਅਦ ਜੋ ਨੈਕਸਟ ਕੁਐਸਚਨ ਹੈ ਉਸ ਤੇ ਚਲਦੇ ਹਾਂ। ਕੁਐਸਚਨ ਨੰਬਰ 7, ਹੁਕਮ ਦਾ ਭਾਵ ਅਰਥ ਕੀ ਹੈ? ਜੋ ਗੁਰੂ ਔਰ ਹੁਕਮ ਅਸੀਂ ਵਰਡਸ ਦੀ ਕਲੈਰਿਟੀ ਦੇ ਲਈ ਅਸੀਂ ਇਸ ਪਾਰਟਿਕੂਲਰ ਮੋਡਿਊਲ ਦੇ ਵਿੱਚ ਲਏ ਹਾਂ, ਉਹਦਾ ਰੀਜ਼ਨ ਜੋ ਹੁਕਮ ਲੈਣ ਦਾ ਹੈ ਕਿ ਜੋ ਪਹਿਲਾ ਪ੍ਰਿੰਸੀਪਲ ਹੈ, ਜੋ ਜਿਹਨੂੰ ਅਸੀਂ ਫਸਟ ਪ੍ਰਿੰਸੀਪਲ ਕਹਿੰਦੇ ਹਾਂ, ਉਹ ਹੁਕਮ ਹੀ ਹੈ। ਪਹਿਲੀ ਪੌੜੀ ਦੇ ਵਿੱਚ ਹੀ ਜਿੱਥੇ ਗੁਰੂ ਸਾਹਿਬ ਨੇ ਮਨੁੱਖਤਾ ਲਈ ਮਿਸ਼ਨ ਸੈੱਟ ਕੀਤਾ ਹੈ ਕਿ ਸਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ, ਕਿ ਮੈਂ ਟਰੁੱਥ ਕਿਵੇਂ ਹੋ ਜਾਵਾਂ, ਪਰਮਾਤਮਾ ਕਿਵੇਂ ਹੋ ਜਾਵਾਂ, ਕਿ ਕੂੜੇ ਟੁੱਟੇ ਪਾਲ, ਜੋ ਝੂਠ ਦੀ ਦੀਵਾਰ ਹੈ ਉਹ ਟੁੱਟਦੇ ਹੀ ਪਤਾ ਲੱਗੇਗਾ ਕਿ ਸਭ ਪਰਮਾਤਮਾ ਹੀ ਹੈ। ਉਸ ਦੇ ਨਾਲ ਹੀ ਜੋ ਪਹਿਲਾ ਪ੍ਰਿੰਸੀਪਲ ਸੈੱਟ ਕੀਤਾ ਗਿਆ, ਔਰ ਜੋ ਵਰਡ ਹੁਕਮ ਪਹਿਲੀ ਵਾਰ ਆਇਆ ਉਹ ਨਾਲ ਹੀ ਆ ਗਿਆ। ਕਹਿੰਦੇ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਇੱਥੇ ਗੁਰੂ ਸਾਹਿਬ ਕਰ ਰਹੇ ਨੇ ਨਾਨਕ ਲਿਖਿਆ ਨਾਲ, ਮਤਲਬ ਮੈਂ ਜਦੋਂ ਹਿਊਮੈਨਿਟੀ ਦੇ ਲਈ ਮਿਸ਼ਨ ਸੈੱਟ ਕਰ ਰਿਹਾ, ਮੈਂ ਨਾਲ ਹੀ ਹੁਕਮ ਦੀ ਗੱਲ ਕਰ ਦਿੱਤੀ ਹੈ, ਕੋਈ ਡਿਲੇ ਨਹੀਂ ਕੀਤਾ। ਜੋ ਫਸਟ ਪ੍ਰਿੰਸੀਪਲ ਹੈ ਉਹਨੂੰ ਦੱਸਣ ਦੇ ਵਿੱਚ, ਉਹਨੂੰ ਡਿਸਕਲੋਜ਼ ਕਰਨ ਦੇ ਵਿੱਚ, ਉਹਨੂੰ ਰਿਵੀਲ ਕਰਨ ਦੇ ਵਿੱਚ ਕੋਈ ਟਾਈਮ ਨਹੀਂ ਲਗਾਇਆ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਨਾਲ ਦੇ ਨਾਲ ਹੀ ਲਿਖ ਦਿੱਤਾ ਹੈ ਕਿ ਹੁਕਮ ਦੀ ਰਜ਼ਾ ਵਿੱਚ ਅਗਰ ਤੁਸੀਂ ਨਹੀਂ ਆ ਗਏ ਤੇ ਮਿਸ਼ਨ ਦੇ ਵੱਲ ਤੁਸੀਂ ਨਹੀਂ ਜਾ ਸਕਦੇ। ਤੁਸੀਂ ਮਿਸ਼ਨ ਨੂੰ ਭੁੱਲ ਜਾਓ, ਮਿਸ਼ਨ ਦਾ ਕੋਈ ਤੁਹਾਡੇ ਲਈ ਮਾਇਨੇ ਨਹੀਂ ਹੈ ਅਗਰ ਤੁਸੀਂ ਹੁਕਮ ਦੀ ਰਜ਼ਾ ਦੇ ਵਿੱਚ ਨਹੀਂ ਆਉਣਾ ਚਾਹੁੰਦੇ। ਸੋ ਇਹ ਨਾਲ ਦੇ ਨਾਲ ਹੀ ਸਾਨੂੰ ਇੱਕ ਫਸਟ ਪ੍ਰਿੰਸੀਪਲ ਮਿਲਿਆ ਹੈ, ਨਾਨਕ ਲਿਖਿਆ ਨਾਲ, ਨਾਲ ਹੀ ਲਿਖ ਦਿੱਤਾ ਗਿਆ ਜਿੱਥੇ ਲਿਖਿਆ ਹੈ ਕਿ ਸਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ। ਸੋ ਇਹਦੀ ਹੁਕਮ ਦੀ ਬਹੁਤ ਹੀ ਵੱਡੀ ਇੰਪੋਰਟੈਂਸ ਹੈ, ਪਰ ਸਾਨੂੰ ਇਹ ਹੁਕਮ ਵਰਡ ਥੋੜਾ ਜਿਹਾ ਹੋਰ ਸਮਝਣਾ ਪਏਗਾ, ਥੋੜੀ ਜਿਹੀ ਗਹਿਰਾਈ ਸਮਝਣੀ ਪਏਗੀ। ਸੋ ਅਸੀਂ ਪਹਿਲੇ ਤੇ ਲੈਂਦੇ ਹਾਂ ਜੋ ਹੁਕਮ ਵਰਡ ਆਇਆ, ਹੁਕਮ ਰਜਾਈ ਚੱਲਣਾ, ਇਸ ਦੇ ਨਾਲ ਹੀ ਹੁਕਮ ਦੀ ਪੌੜੀ ਆ ਜਾਂਦੀ। ਜਿੱਥੇ ਗੁਰੂ ਸਾਹਿਬ ਨੇ ਹੁਕਮ ਦਾ ਫਸਟ ਪ੍ਰਿੰਸੀਪਲ ਦਿੱਤਾ ਹੈ, ਉਸ ਪ੍ਰਿੰਸੀਪਲ ਨੂੰ ਐਕਸਪੈਂਡ ਪੌੜੀ ਨੰਬਰ 2 ਦੇ ਵਿੱਚ ਇਮੀਡੀਏਟਲੀ ਕਰ ਦਿੱਤਾ ਹੈ। ਅਸੀਂ ਇਸ ਚੀਜ਼ ਨੂੰ ਬਹੁਤ ਧਿਆਨ ਰੱਖੀਏ ਕਿ ਗੁਰੂ ਸਾਹਿਬਾਨ ਇਸ ਨੂੰ ਬਹੁਤ ਕਲੀਅਰਲੀ ਐਮਫੈਸਾਈਜ਼ ਕਰ ਰਹੇ ਨੇ ਕਿ ਅਗਰ ਤੁਹਾਨੂੰ ਹੁਕਮ ਦਾ ਮੀਨਿੰਗ ਵੀ ਸਮਝ ਨਹੀਂ ਆਏਗਾ ਤੇ ਫਿਰ ਕਿਤੇ ਨਾ ਕਿਤੇ ਅਸੀਂ ਗਲਤੀ ਖਾ ਜਾਵਾਂਗੇ। ਸੈਕਿੰਡ ਪੌੜੀ ਜੋ ਹੈ, ਹੁਕਮੀ ਹੋਵਨ ਆਕਾਰ, ਹੁਕਮ ਨ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਐ,
एक न हुक्मी बख्शीस एक हुक्मी सदा पवाइए, हुक्मे अंदर सब को बाहर हुक्म न कोय, नानक हुक्मे जे बुझे ता होमे कहे न कोई। ਇਹ ਜੋ ਪਾਰਟਿਕੂਲਰ ਪੌੜੀ ਹੈ, ਇਹ ਦੋ ਅਲੱਗ-ਅਲੱਗ ਤਲ ਉੱਤੇ ਅਸੀਂ ਇਹਨੂੰ ਸਮਝ ਸਕਦੇ ਹਾਂ, ਦੋ ਅਲੱਗ ਲੈਵਲ ਤੇ ਅਸੀਂ ਸਮਝ ਸਕਦੇ ਹਾਂ ਕਿ ਇਹ ਪੌੜੀ ਆਪਰੇਟ ਕਰ ਰਹੀ ਹੈ। ਇੱਕ ਤੇ ਹੈ ਜੋ ਵਰਲਡਲੀ ਲੈਵਲ ਹੈ, ਜੋ ਦੁਨਿਆਵੀ ਲੈਵਲ ਹੈ, ਉਸ ਤੇ ਆਪਰੇਟ ਕਰ ਰਹੀ ਹੈ। ਦੂਸਰਾ ਇੱਕ ਲੈਵਲ ਹੈ ਜਿੱਥੇ ਸਾਡੇ ਲਈ ਮਿਸ਼ਨ ਸੈੱਟ ਕੀਤਾ ਹੈ, ਅਸੀਂ ਇਸ ਪੌੜੀ ਨੂੰ ਮਿਸ਼ਨ ਦੇ ਨਾਲ ਦੁਬਾਰਾ ਵੀ ਲਿੰਕ ਕਰ ਸਕਦੇ ਹਾਂ। ਤੇ ਜੋ ਵਰਲਡਲੀ ਲੈਵਲ ਤੇ ਇਹ ਪੌੜੀ ਹੈ, ਉਹਦਾ ਮਤਲਬ ਤੇ ਹੈ ਕਿ ਹੁਕਮੀ ਹੋਵਾ ਨਾਕਾਰ, ਪਰਮਾਤਮਾ ਨੇ ਸ੍ਰਿਸ਼ਟੀ ਬਣਾਈ, ਹੁਕਮ ਨਾ ਕਿਹਾ ਜਾਈ। ਸ੍ਰਿਸ਼ਟੀ ਕਿਉਂ ਬਣਾਈ ਅਸੀਂ ਨਹੀਂ ਜਾਣਦੇ। ਇੱਕ ਸੈਕਿੰਡ ਜੀ, ਮੈਨੂੰ ਕੁਝ ਐਡਮਿਟ ਕਰਨੇ ਪੈਣਗੇ ਲੋਕ ਸ਼ਾਇਦ। ਠੀਕ ਹੈ, ਸੋ ਜੋ ਹੁਕਮ ਹੈ ਉਹ ਜੋ ਸਾਨੂੰ ਕਿਹਾ ਹੀ ਨਹੀਂ ਜਾ ਸਕਦਾ ਕਿ ਸ੍ਰਿਸ਼ਟੀ ਪਰਮਾਤਮਾ ਨੇ ਕਿਉਂ ਬਣਾਈ। ਅਸੀਂ ਫਾਈਨਲੀ ਇਹ ਕਹਿ ਕੇ ਛੋੜ ਦਿੰਦੇ ਹਾਂ ਉਹਦੀ ਗੇਮ ਹੈ, ਉਹਦੀ ਮਰਜ਼ੀ ਸੀ, ਉਹਨੇ ਬਣਾਈ, ਦੈਟਸ ਆਲ। ਉਹਨੇ ਸਾਨੂੰ ਰੀਜ਼ਨਸ ਨਹੀਂ ਦਿੱਤੇ, ਕੋਈ ਲਿਸਟ ਨਹੀਂ ਭੇਜੀ ਕਿ ਇਹ ਰੀਜ਼ਨ ਸੀ ਜਿਹਦੇ ਪਿੱਛੇ ਮੈਂ ਸ੍ਰਿਸ਼ਟੀ ਬਣਾ ਰਿਹਾ। ਹੁਣ ਕਹਿੰਦੇ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ, ਉਹਦੀ ਹੁਕਮ ਦੇ ਵਿੱਚ ਹੀ ਜੀ ਹੁੰਦੇ ਨੇ। ਕਈ ਹੁਕਮ ਨੂੰ ਵਡਿਆਈ ਮਿਲਦੀ ਹੈ ਇੱਥੇ, ਕਈ ਇੱਥੇ ਸੋਸ਼ਲ ਲੈਵਲ ਤੇ ਉੱਚ ਹੋ ਜਾਂਦੇ ਨੇ, ਕੋਈ ਨੀਚ ਵੀ ਮੰਨੇ ਜਾਂਦੇ, ਮਤਲਬ ਉਹਨਾਂ ਦੇ ਕਰਮਾਂ ਦੇ ਹਿਸਾਬ ਨਾਲ ਜਾਂ ਜੋ ਵੀ ਹੈ। ਕਈਆਂ ਨੂੰ ਦੁੱਖ ਮਿਲ ਰਿਹਾ, ਕਈਆਂ ਨੂੰ ਸੁੱਖ ਮਿਲ ਰਿਹਾ, ਜੋ ਅਸੀਂ ਦੇਖਦੇ ਹਾਂ। ਔਰ ਕਈਆਂ ਨੂੰ ਇੱਕ ਨਾ ਹੁਕਮੀ ਬਖਸ਼ਿਸ਼, ਇੱਕ ਨੂੰ ਆਪਣੇ ਹੁਕਮ ਦੇ ਵਿੱਚ ਉਹ ਬਖਸ਼ ਲੈਂਦੇ ਨੇ। ਇੱਕ ਹੁਕਮੀ ਸਦਾ ਭਵਾਈਏ ਜਿਹੜੇ ਕਿ ਆ ਜਾ ਰਹੇ ਹਨ, ਜਾਂ ਫਿਰ ਇਹ ਵੀ ਕਹਿ ਸਕਦੇ ਹਾਂ ਭਵਾਈਏ ਦਾ ਮਤਲਬ ਜੋ ਕਿ ਆਪਣੇ ਹੀ ਕਰਮਾਂ ਦੇ ਵਿਚਕਾਰ ਉਲਝੇ ਹੋਏ ਨੇ, ਉੱਥੇ ਬਾਰ-ਬਾਰ ਉਹਨਾਂ ਵਿੱਚ ਹੀ ਘੁੰਮੀ ਜਾ ਰਹੇ ਹਨ। ਉਹਨਾਂ ਦਾ ਕੋਈ ਇੰਟਰਸਟ ਵੀ ਨਹੀਂ ਹੈ ਕਿ ਇੱਥੋਂ ਦੀ ਅਸੀਂ ਆਪਣੇ ਆਪ ਤੋਂ ਮੁਕਤ ਹੋ ਕੇ ਜਾਣਾ। ਸੋ ਹੁਕਮੇ ਅੰਦਰ ਸਭ ਕੁਝ ਹੈ ਤੇ ਸਾਰੇ ਉਹਦੇ ਹੁਕਮ ਦੇ ਅੰਦਰ ਹੀ ਹੈ, ਬਾਹਰ ਹੁਕਮ ਨਾ ਕੋਏ, ਉਸ ਤੋਂ ਬਾਹਰ ਕੋਈ ਨਹੀਂ ਹੈ। ਨਾਨਕ ਹੁਕਮੇ ਜੇ ਬੁਝੇ ਤਾਂ ਹੋਮੈ ਕਹੇ ਨਾ ਕੋਏ। ਜੇ ਕੋਈ ਇਸ ਹੁਕਮ ਨੂੰ ਬੁੱਝ ਗਿਆ ਤੇ ਸਭ ਤੋਂ ਪਹਿਲਾਂ ਤੇ ਉਹਦੀ ਹਉਮੈ ਖਤਮ ਹੋਣੀ ਚਾਹੀਦੀ ਹੈ। ਜੇ ਉਹਨੇ ਹੁਕਮ ਨੂੰ ਸਮਝ ਲਿਆ ਤੇ ਉਹ ਇਹ ਨਾ ਕਹੇ ਕਿ ਮੈਂ ਕੀਤਾ, ਮੈਂ ਕਰ ਰਿਹਾ, ਮੇਰੀ ਮਰਜ਼ੀ ਨਾਲ ਹੋ ਰਿਹਾ। ਸਭ ਤੋਂ ਪਹਿਲਾਂ ਉਹਦੀ ਹਉਮੈ ਹੀ ਖਤਮ ਹੋਣੀ ਚਾਹੀਦੀ ਹੈ, ਤਾਂ ਹਉਮੈ ਕਹੇ ਨਾ ਕੋਈ। ਇਹ ਤੇ ਇੱਕ ਲੈਵਲ ਤੇ ਹੋ ਗਿਆ। ਅਸੀਂ ਇਸੀ ਪੌੜੀ ਨੂੰ ਹੁਣ ਦੂਸਰੇ ਲੈਵਲ ਤੇ ਸਮਝੀਏ, ਜੋ ਕਿ ਅਸੀਂ ਦੁਬਾਰਾ ਲਿੰਕ ਕਰਕੇ ਦੇਖੀਏ ਕਿ ਸਚਿਆਰਾ ਹੋਈ ਇਹਦੇ ਨਾਲ। ਹੁਕਮੀ ਹੋਵਾ ਨਾਕਾਰ ਹੁਕਮ ਨਾ ਕਿਹਾ ਜਾਈ, ਸੇਮ ਮੀਨਿੰਗ। ਪਰਮਾਤਮਾ ਦੀ ਮਰਜ਼ੀ ਨਾਲ ਸ੍ਰਿਸ਼ਟੀ ਹੋਈ ਹੈ, ਉਹ ਸ੍ਰਿਸ਼ਟੀ ਕਿਉਂ ਹੋਈ ਹੈ ਸਾਨੂੰ ਕਿਸੇ ਨੂੰ ਨਹੀਂ ਪਤਾ। ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ, ਇਹਨਾਂ ਚੋਂ ਜੋ ਪਰਮਾਤਮਾ ਦੀ ਮਰਜ਼ੀ ਨਾਲ ਕ੍ਰੀਏਚਰਸ ਹੁੰਦੇ ਨੇ, ਉਹ ਜੋ ਕ੍ਰੀਏਚਰਸ ਹੈ ਉਹਨਾਂ ਨੂੰ ਵਡਿਆਈ ਕੁਛ ਨੂੰ ਮਿਲਦੀ ਹੈ ਕਿ ਉਹ ਮਨੁੱਖ ਵੀ ਬਣਦੇ ਨੇ। ਇੱਥੇ ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ, ਜਿਤਨੇ ਵੀ ਕ੍ਰੀਏਚਰਸ ਹੈ ਉਹਨਾਂ ਚੋਂ ਇੱਕ ਵਡਿਆਈ ਮਨੁੱਖ ਨੂੰ ਵੱਖਰੀ ਮਿਲੀ ਹੈ। ਤੇ ਇਸ ਨੂੰ ਹੁਣ ਅਸੀਂ ਦੂਸਰੇ ਲੈਵਲ ਤੇ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਹੁਕਮ ਮਿਲੇ ਵਡਿਆਈ, ਉਹਦੇ ਹੁਕਮ ਦੇ ਅੰਦਰ ਹੀ ਕੁਛ ਜੀਵਾਂ ਨੂੰ ਵਡਿਆਈ ਮਿਲੀ ਹੈ ਤਾਂ ਕਿ ਉਹ ਮਨੁੱਖ ਦੇ ਰੂਪ ਚ ਆਏ ਹਨ। ਹੁਕਮੀ ਉੱਤਮ ਨੀਚ, ਇਹਨਾਂ ਮਨੁੱਖਾਂ ਚੋਂ ਕੁਝ ਉੱਤਮ ਨੇ, ਕੁਝ ਨੀਚ ਨੇ, ਕਿਉਂਕਿ ਜਾਂ ਤੇ ਉਹ ਪਰਮਾਤਮਾ ਦੇ ਨੇੜੇ ਨੇ ਜਾਂ ਪਰਮਾਤਮਾ ਤੋਂ ਦੂਰ ਨੇ। ਹੁਣ ਅਸੀਂ ਡਿਫਰੈਂਟ, ਹੁਣ ਅਸੀਂ ਦੁਨਿਆਵੀ ਲੈਵਲ ਤੇ ਨਹੀਂ ਦੇਖ ਰਹੇ, ਹੁਣ ਅਸੀਂ ਇਹਨੂੰ ਦੁਬਾਰਾ ਮਿਸ਼ਨ ਦੇ ਨਾਲ ਲਿੰਕ ਕਰਕੇ ਦੇਖ ਰਹੇ ਹਾਂ। ਹੁਕਮੀ ਉੱਤਮ ਨੀਚ, ਇਹਨਾਂ ਹੀ ਮਨੁੱਖਾਂ ਚੋਂ ਉੱਤਮ ਉਹ ਨੇ ਜਿਹੜੇ ਪਰਮਾਤਮਾ ਦੇ ਨਜ਼ਦੀਕ ਹਨ, ਔਰ ਨੀਚ ਉਹ ਨੇ ਜਿਹੜੇ ਪਰਮਾਤਮਾ ਤੋਂ ਦੂਰ ਹੈ। ਔਰ ਐਸੇ ਬਹੁਤ ਸਾਰੇ ਸ਼ਬਦ ਆਉਂਦੇ हैं ਜੋ ਇਸ ਨੂੰ ਪੂਰੀ ਤਰ੍ਹਾਂ ਵਿਆਖਿਆ ਵੀ ਦਿੰਦੇ हैं। ਅੱਗੇ ਕਹਿੰਦੇ ਆ ਹੁਕਮ ਲਿਖ ਦੁੱਖ ਸੁੱਖ ਪਾਈਏ, ਜੋ ਪਰਮਾਤਮਾ ਦੇ ਨਜ਼ਦੀਕ ਨੇ ਉਹ ਸੁੱਖ ਵੀ ਪਾ ਰਹੇ ਨੇ, ਉਸੇ ਹੁਕਮ ਦੇ ਅੰਦਰ ਜੋ ਪਰਮਾਤਮਾ ਤੋਂ ਦੂਰ ਨੇ ਉਹ ਦੁੱਖ ਵੀ ਜੀਵਨ ਵਿੱਚ ਪਾ ਰਹੇ ਨੇ। ਇੱਥੇ ਵੀ ਅਸੀਂ ਪਰਮਾਤਮਾ ਨਾਲ ਹੀ ਲਿੰਕ ਕਰੀਏ। ਇੱਕ ਨਾ ਹੁਕਮੀ ਬਖਸ਼ਿਸ਼, ਪਰਮਾਤਮਾ ਨੇ ਜਿਨ੍ਹਾਂ ਨੂੰ ਬਖਸ਼ਣਾ ਹੈ, ਜਿਨ੍ਹਾਂ ਨੂੰ ਜਿਵੇਂ ਕਿ ਸਚਿਆਰਾ ਹੋਈ ਹੈ, ਜਿਨ੍ਹਾਂ ਨੂੰ ਸਚਿਆਰ ਬਣਾਉਣਾ ਹੈ ਉਹ ਬਣਾ ਲੈਂਦਾ ਹੈ। ਇੱਕ ਹੁਕਮੀ ਸਦਾ ਭਵਾਈਏ, ਜਿਹੜੇ ਨਹੀਂ ਸਚਿਆਰ ਬਣ ਸਕਦੇ ਉਹ ਫਿਰ ਆਣ ਜਾਣ ਦੇ ਗੇੜ ਵਿੱਚ ਰਹਿੰਦੇ ਨੇ, ਪਰ ਹੈ ਸਾਰੇ ਉਹਦੇ ਹੁਕਮ ਦੇ ਅੰਦਰ ਨੇ, ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈ। ਔਰ ਜੋ ਹੁਕਮ ਨੂੰ ਬੁੱਝ ਗਏ, ਔਰ ਹੁਕਮ ਨੂੰ ਬੁੱਝਣਾ ਇਸ ਗਹਿਰਾਈ ਨੂੰ ਜਾਂ ਇਸ ਸਮਝ ਨੂੰ ਬੁੱਝਣਾ ਹੈ ਕਿ ਅਸਲੀ ਕਰਤਾ ਪਰਮਾਤਮਾ ਹੀ ਹੈ। ਔਰ ਇਹ ਜੋ ਚੀਜ਼ਾਂ ਨੇ ਜੋ ਹੁਕਮ ਨਾ ਕਿਹਾ ਜਾਈ, ਇਸ ਪੌੜੀ ਦੇ ਵਿਚਕਾਰ ਜਿਤਨੀਆਂ ਪੰਕਤੀਆਂ ਆ ਰਹੀਆਂ ਨੇ ਉਸ ਉਹਨਾਂ ਹੁਕਮ ਬਾਰੇ ਆ ਰਹੀਆਂ ਜਿਨ੍ਹਾਂ ਨੂੰ ਨਹੀਂ ਕਿਹਾ ਜਾ ਸਕਦਾ। ਕਿ ਮੈਂ ਐਜ਼ ਏ ਹਿਊਮਨ ਬੀਇੰਗ ਕਿਉਂ ਆਇਆ ਹਾਂ, ਮੈਂ ਐਜ਼ ਏ ਕ੍ਰੀਏਚਰ ਕਿਉਂ ਆਇਆ ਹਾਂ, ਮੈਂ
अपर या लोअर परमात्मा के नजदीक या दूर क्यों हाँ, लिख दुख सुख पाइए, मेरे दुख या सुख जिन्होंने मैं कह रहा उन्हों का की कारण है, मैनू बख्शिया जाएगा नहीं बख्शिया जाएगा, इन्हों बारे नहीं किया जा सकता। तो हुण किन्हां चीज़ों बारे किया जा सकता, किन्हां बारे नहीं किया जा सकता, असी अगे भी विचार करांगे। इसी हुक्म नूं असी अगे फर्दर समझण की कोशिश करांगे। ते ये तो साडा एक लैवल हो गया जिथे परमात्मा का हुक्म है, उन्होंने असी उहदा डिवाइन सिस्टम बोलिया, उन्होंने डिवाइन विल भी कह सकते हैं। वो परमात्मा का डिवाइन सिस्टम भी है। वो जो डिवाइन सिस्टम है उहदे विचकार कई सारिया चीज़ां साडे लई भेद हन, वो साडे लई मिस्ट्री हन, असी उन्हां नूं नहीं कह सकते। तो कह रहे ने परमात्मा जिहड़ा ना, गॉड डजंट प्ले डाइस, परमात्मा कुछ पासे सुट के डिसीजन नहीं लैंदा। परमात्मा ने इदां दा सिस्टम नहीं बनाया कि पासा सुट्टो, जे 4 आया तो ये करांगे, 3 आया करांगे। हिज गेम ऑफ क्रिएशन, द रैशनल सिस्टम्स एंड द कॉन्सिक्वेंसिस, दैट मीनस उहदा इस सृष्टि नूं बनाउण दा जो गेम है, उहदे पिछे उहदी की सोच है, और जितने भी सिस्टम्स हैं और जो रिजल्ट आउणगे वो एक बहुत बड़ा सिस्टम है जिन्हों असी उहदी डिवाइन विल कहते हैं। और वो डिवाइन विल जिहड़ी है वही सानू समझनी है कि परमात्मा की डिवाइन विल अगर है तो फिर साडा की रोल है। हुण दूसरा पक्ष असी लैंदे हां हुक्म दा, जिवें कि सुखमनी साहब च आया, जो होआ होवत सो जाने, प्रभ अपने का हुक्म पछाने। ये भी हुक्म की सैकेंड डेफिनेशन है। वट हैज़ हैपन्ड हैड टू हैपन इज द ओनली फैक्ट। दैट मीनस जो पास्ट विच हो गया है उसी सिस्टम का पार्ट सी, जिन्होंने असी हुणे हुणे किया है, उहदे पिछे रैशनल है, उहदे पिछे सिस्टम है। परमात्मा कोई पासा सुट के डिसाइड नहीं करता, 4 आया तो ये करांगे, या 6 आ गया तो हुण सानू ये करना है। गॉड इज नॉट थ्रोइंग डाइस टू टेक ए डिसीजन। वो एक बहुत सोहना सिस्टम बनया और जो सामने रिजल्ट आ गया वो एक फैक्ट है। रिजल्ट ऑफ हिज कमांड इज ए फैक्ट एंड दैट फैक्ट अगेन हैज टू बी एक्सेप्टेड। सो जो हुआ होवत सो जाने, प्रभ अपने का हुक्म पछाने। जो हो चुका है, जो पास्ट है, जो साडे सामने है रिजल्ट, उन्होंने भी असी परमात्मा का हुक्म मन के ग्रेसफुली एक्सैप्ट करिए। सो हुण साडे कोल हुक्म दीयां 2 डेफिनेशनस आ रही हैं जिहदे नाल सानू समझ आंदा हुक्म की है। एक तो डिवाइन लॉज ऑफ यूनीवर्स है, वो हुक्म है जो असी दूसरी पौड़ी दे विच पढ़िया, हुक्मी होवन आकार हुक्म न किया जाए। वो सारे कॉस्मिक या डिवाइन लॉज के बारे लिखा होया। और जो असी हुणे सैकेंड सुखमनी साहब तो रैफरेंस लिया है, उहदे हिसाब नाल जो हुक्म है साडे कम्मां दा जो अंत नतीजा वो भी हुक्म है। और सानू हुक्म नू परवान ग्रेसफुली कर लेना चाहिए। जो रिजल्ट सामने आ गया, जो हो चुका है, जो इस टाइम, यही मान लो किसी का कोई आकस्मिक कोई एक्सीडेंट हो जाता है या जो भी हो जाता है, पहला तो ये मान लीए कि इस क्वेश्चन करने का कोई फायदा नहीं भी ये क्यों होया, ये तो नहीं सी होना चाहिए, ये सब की हो गया। जो अगे सानू ठीक कदम लेने वो जरूर लवांगे उस सिचुएशन देख के, पर उस मोमेंट से उसकी एक्सैप्टेंस नहीं होएगी तो असी कुछ कदम पिछे चले जावांगे, असी उस सिचुएशन चों बाहर नहीं आ सकांगे। सानू सिचुएशन नू समझना है और अगे दे कदम भी लेने हैं, बट सानू उन्होंने बड़ी ग्रेसफुली चलाना नहीं, शोर नहीं मचाना, उन्होंने ग्रेसफुली एक्सैप्ट करना है। तो जो साडे एंड रिजल्ट आ रहा है वो भी हुक्म ही है। सो ये हुक्म के 2 मीनिंग है जो सानू क्लीयरली पता होने चाहिए। एक तो जो ब्रह्मांड के कानून हैं, यूनीवर्सल लॉज हैं, वो सारे हुक्म ने। उस तो इलावा जो एंड रिजल्ट सानू सामने आ चुका है वो भी हुक्म है। हुण इत्थे साडे कोल 2 चीज़ां ने, कैन वी से वट रिलेटेड टू हुक्म एंड कैन वी से वाई रिलेटेड टू हुक्म। असी जो वट पार्ट है वो असी कह सकते हैं, जिवें कि गुरु साहब कहते हैं जो उपजो सो बिनस है, कि जो भी पैदा होया उन्हें खत्म भी होना, ये भी हुक्म है, वो असी कह सकते हैं। पर एक क्यों खत्म होना है, कल वाए कोई पूछे भी, वो असी नहीं कह सकते। असी हुक्म दा वट पार्ट कह सकते हैं, हुक्म दा वाए पार्ट असी नहीं कह सकते। और हुक्म दा वाए पार्ट असी 5 वाए थ्योरी च भी पढ़िया सी कि जदों 3 या 4 या 5 बार वाए किया जाए एक सिचुएशन में, साडे कोल जवाब आना बंद हो जाता है। सो साडे कोल जो अल्टीमेट वाए दा रिप्लाई है साडे कोल कदी भी नहीं हुंदा, उसनूं असी परमात्मा दा नियम ही मन के चलते हैं, और जिन्नी जल्दी मान ली बैटर है। इस करके असी नहीं कह सकते कि हुक्म के बारे कुछ नहीं किया जा सकता।
ਕੁਝ ਹੁਕਮ ਨੇ ਬਾਣੀ ਦੇ ਵਿਚਕਾਰ ਬੜੇ ਸਪਸ਼ਟ ਲਿਖੇ ਹੋਏ ਨੇ ਜੋ ਇਹ ਪਰਮਾਤਮਾ ਦੇ ਹੁਕਮ ਨੇ। ਉਹ ਵਟ ਪਾਰਟ ਹੈ, ਉਹ ਵਾਈ ਪਾਰਟ ਨਹੀਂ ਹੈ ਕਿ ਕਿਉਂ ਕੀਤਾ ਪਰਮਾਤਮਾ ਨੇ। ਪਰਮਾਤਮਾ ਨੂੰ ਅਸੀਂ ਕੁਐਸਚਨ ਨਹੀਂ ਕਰ ਰਹੇ, ਉਹਦੀ ਮਰਜ਼ੀ ਹੈ, ਉਹਦਾ ਗੇਮ ਹੈ। ਸੋ ਹੁਕਮ ਦੇ ਬਾਰੇ ਸਾਨੂੰ ਕਲੀਅਰ ਹੋਣਾ ਚਾਹੀਦਾ ਕਿ ਅਸੀਂ ਵਾਈ ਪਾਰਟ ਕਦੀ ਵੀ ਜਵਾਬ ਨਹੀਂ ਪਾ ਪਾਵਾਂਗੇ। ਸਾਨੂੰ ਟੈਂਪਰੇਰਲੀ ਸ਼ਾਇਦ ਲੱਗੇ ਕਿ ਸਾਨੂੰ ਵਾਈ ਦਾ ਜਵਾਬ ਮਿਲ ਰਿਹਾ, ਪਰ ਅਲਟੀਮੇਟ ਵਾਈ ਦਾ ਜਵਾਬ ਕਦੀ ਵੀ ਨਹੀਂ ਮਿਲੇਗਾ। ਉਹ ਅਸੀਂ ਕਹਾਂਗੇ ਉਹ ਪਰਮਾਤਮਾ ਦਾ ਨਿਯਮ ਹੈ, ਪਰਮਾਤਮਾ ਦਾ ਹੁਕਮ ਹੈ। ਸੋ ਇਹ ਸਾਨੂੰ ਕੁਝ ਹੁਕਮ ਦੇ ਬਾਰੇ ਜੋ ਪਤਾ ਹੋਣਾ ਚਾਹੀਦਾ ਉਹ ਬਹੁਤ ਜ਼ਰੂਰੀ ਹੈ। ਹੁਣ ਇੱਥੋਂ ਜਦੋਂ ਸਭ ਕੁਝ ਅਸੀਂ ਹੁਕਮ ਦੀ ਗੱਲ ਕਰਦੇ ਹਾਂ ਤੇ ਬਹੁਤ ਸਾਰੇ ਹੋਰ ਨਵੇਂ ਕੁਐਸਚਨ ਮਾਈਂਡ 'ਚ ਆਉਂਦੇ ਆ ਕਿ ਅਗਰ ਸਭ ਕੁਝ ਉਸੀ ਦਾ ਹੁਕਮ ਹੈ ਤੇ ਫਿਰ ਵਟ ਇਜ਼ ਦਾ ਰੋਲ ਆਫ ਫ੍ਰੀ ਵਿਲ। ਮੇਰੀ ਸੁਤੰਤਰ ਇੱਛਾਵਾਂ ਜੋ ਨੇ, ਜੋ ਮੇਰੀ ਫ੍ਰੀ ਵਿਲ ਹੈ, ਜਿਹਨੂੰ ਅਸੀਂ ਕਹਿੰਦੇ ਆ ਕਿ ਸਿਰਫ ਮਨੁੱਖ ਨੂੰ ਫ੍ਰੀ ਵਿਲ ਦਿੱਤੀ ਗਈ ਹੈ, ਉਹਦਾ ਕੀ ਰੋਲ ਹੈ ਫਿਰ? ਅਗਰ ਮੈਨੂੰ ਇਹ ਕਲੀਅਰ ਹੋ ਗਿਆ ਕਿ ਪਰਮਾਤਮਾ ਦਾ ਹੁਕਮ ਹੈ, ਸਭ ਡਿਵਾਈਨ ਪਾਵਰ ਹੈ, ਸੋ ਇਹ ਕੁਐਸਚਨ ਨੈਚੁਰਲੀ ਸਾਹਮਣੇ ਆਣੇ ਸ਼ੁਰੂ ਹੋ ਜਾਂਦੇ ਆ। ਅਸੀਂ ਪਹਿਲਾਂ ਸਮਝ ਲਈਏ ਥੋੜਾ ਜਿਹਾ ਡਿਵਾਈਨ ਵਿਲ ਨੂੰ। ਡਿਵਾਈਨ ਵਿਲ ਜੋ ਹੈ ਉਹਨੂੰ ਇਸ ਸਰਕਲ 'ਚ ਦਿਖਾਇਆ ਗਿਆ ਔਰ ਫਿਰ ਅਸੀਂ ਬਹੁਤ ਸਾਰੇ ਐਰੋਜ਼ ਦਿਖਾਏ। ਉਹ ਐਰੋਜ਼ ਦਿਖਾਉਣ ਦਾ ਮਤਲਬ ਹੈ ਕਿ ਇਹਦਾ ਕੋਈ ਅੰਤ ਨਹੀਂ ਹੈ, ਮਤਲਬ ਕਿਉਂਕਿ ਅਸੀਂ ਇੱਥੇ ਦਿਖਾ ਨਹੀਂ ਪਾਉਂਦੇ ਉਹਨੂੰ, ਉਹਦੀ ਬੇਅੰਤ ਹੈ, ਮਤਲਬ ਬਹੁਤ 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 ਹੀ ਜ਼ਿਆਦਾ ਹੈ ਉਹਦੀਆਂ ਪਾਵਰਸ ਹੈ। ਜੋ ਡਿਵਾਈਨ ਵਿਲ ਹੈ ਉਹਦੀਆਂ ਪਾਵਰਸ ਹੈ, ਉਹਦਾ ਕੋਈ ਅੰਤ ਨਹੀਂ ਹੈ। तो सर्कल के साम नाल जो एरोज दिखाए मतलब वो डिवाइन विल है। ਉਹਦੇ ਵਿੱਚ ਇੱਕ ਕਿਣਕਾ ਮਾਤਰ ਜੋ ਹੈ ਇਨਸਿਗਨੀਫੀਕੈਂਟਲੀ ਸਮਾਲ ਮੇਰੀ ਫ੍ਰੀ ਵਿਲ ਵੀ ਹੈ। ਅਸੀਂ ਇਹ ਨਾ ਕਹੀਏ ਮੇਰੀ ਫ੍ਰੀ ਵਿਲ ਹੁੰਦੀ ਨਹੀਂ ਹੈ, ਉਹ ਸਿਰਫ ਮਨੁੱਖਾਂ ਨੂੰ ਦਿੱਤੀ ਹੈ ਔਰ ਉਹ ਹੈ। ਅਸੀਂ ਉਸ ਨੂੰ ਇਸ ਤਰ੍ਹਾਂ ਮੰਨ ਲਈਏ ਕਿ ਰੇਗਿਸਤਾਨ ਜਿਵੇਂ ਰੇਗਿਸਤਾਨ ਦਾ ਪੂਰਾ ਮਰੁਸਥਲ ਹੋਏ ਔਰ ਉਹਦੇ ਵਿਚਕਾਰ ਕਿਤੇ ਇੱਕ ਕਣ ਮੇਰੀ ਵੀ ਵਿਲ ਨਾਲ ਚੱਲ ਰਿਹਾ ਹੋਏ, ਬਾਕੀ ਸਾਰੇ ਦੇ ਸਾਰੇ ਪਰਮਾਤਮਾ ਦੀ ਵਿਲ ਨਾਲ ਚੱਲ ਰਹੇ ਹੋਣ। ਹਾਲਾਂਕਿ ਇਹ ਰੇਸ਼ੋ ਵੀ ਗਲਤ ਹੈ ਕਿਉਂਕਿ ਪਰਮਾਤਮਾ ਨੂੰ ਅਸੀਂ ਬੇਅੰਤ ਕਹਿ ਚੁੱਕੇ ਹਾਂ। पर असी मान लेंदे हां थोड़ी देर लिए मान लीए भी चलो एक किणका मात्र साडे कोल भी फ्री विल सानू मिली है। असी ये अज्यूम करके कि हाँ बहुत छोटी जी फ्री विल है जो कि सानू परमात्मा ने मनुखा नू दिती है। डिवाइन विल दियां अनलिमिटेड पावर हैं और फ्री विल दी वेरी वेरी लिमिटेड पावर है। उहदी पावर सिर्फ अपने ते ही कंट्रोल है, दैट्स ऑल। जो मेरे ते कंट्रोल है इस तो इलावा होर कुछ भी नहीं है वो फ्री विल। और परमात्मा जो कंट्रोल है वो यूनिवर्सिस ते है, करोड़ा यूनिवर्सिस ते कंट्रोल है। उहदे दे अंदर बिलियंस ऑफ गैलेक्सीज हैं, उन्हां दे अंदर जिलियंस ऑफ प्लैनेट्स हैं, उत्ते बेअंत जी हैं, वो सब ते परमात्मा दा कंट्रोल है। और मेरा कंट्रोल एक सिर्फ मेरे अपने एक्शंस दे उत्ते है बस। सो ये रेशो जो है वो कोई रेशो है ही नहीं एक तरह का। अगर असी नंबर गेम च देखिए तो रेशो एक तरह की नॉन एग्जिस्टेंट है। वो यूनिवर्सिस नू कंट्रोल कर रहा है और मैं सिर्फ अपने एक्शंस से थोड़ा जा कंट्रोल है थोड़ा मनना पेगा। असी अगे देखांगे फ्री विल दे एक्शंस। अगर मेरा इतना भी कंट्रोल ना होंदा तो गुरु साहब मैनू कोई हिदायत भी ना देंदे, कहते तेरा तो कोई कंट्रोल ही नहीं, फिर तेनू हिदायत भी कानू देनी है। इतना कुछ कंट्रोल परमात्मा ने बख्शा होया। ਉਹਦਾ जो सिस्टम है वो धर्मा बेस्ड है, वो आपे चल रहा है, वो सैल्फ और ऑटो मोड विच है, उन्होंने कोई चलाने लिए उन्होंने कोई एफर्ट नहीं करने पै रहे। और जिहड़ी मेरे कोल है एक सिर्फ एक लाइफ है, वो सिर्फ कर्मां दे उत्ते बेस्ड है। और इहदे वास्ते अनेकां शब्द सानू मिल जाणगे गुरबाणी च, मैं उसकी डिटेल च नहीं जा रहा। एक सिस्टम नू समझण दी कोशिश कर रहा कि परमात्मा दीयां पावर्स और मेरियां पावर्स का की हिसाब किताब चल रहा। हुण जो एंड रिजल्ट है सरप्राइजिंगली वो प्योरली धर्मा बेस्ड है, चाहे मेरी साइड है चाहे परमात्मा की साइड है। वो जो डिवाइन विल है उसका एंड रिजल्ट भी धर्म बेस्ड है और जो मेरे कर्म ने वो भी लिखना में धर्म बहा लिया वो भी धर्म बेस्ड। ये नहीं कि मेरे कर्म जाके कित्थे जुड़ते हैं डिवाइन विल नाल, वो सानू क्लीयर होना चाहिए। वो कर्मां का जो एंड रिजल्ट आना है उत्थे जाके दोनों कनैक्ट हो रहे हैं, पाई जा रहे हैं रिजल्ट। ऐसा नहीं रिजल्ट तो सामने आएंगे। नाउ कर्मा ड्रिवन बाय फ्री विल, जितने मेरे कर्म ने जो मेरी अपनी इच्छावां दे हिसाब नाल चल रहे हैं उन्हां कोल एक चॉइस जरूर है, वो ही मेरी फ्री विल है। वो चॉइस की है, या तो मैं धर्म के मार्ग से चल पा इन हारमनी विद वैल्यूज जो सानू गुरु साहब ने वैल्यूज दित्तियां, या तो मैं उस ते चलना या फिर मैं अपनी कन्वीनियंस के बेस से चलना और जो मेरिया डिजायर्स मैनू कह रही ने कर लो कर लो।
ਇੰਨੀ ਕੁ ਫ੍ਰੀ ਵਿਲ ਦੇ ਦਿੱਤੀ ਪਰਮਾਤਮਾ ਨੇ, ਮਰਜ਼ੀ ਤੁਹਾਡੀ ਹੈ, ਮਰਜ਼ੀ ਸਾਡੀ ਹੈ। ਸੋ ਇੰਨਾ ਕੁ ਫਰਕ ਹੈ, ਇਹ ਸਾਨੂੰ ਸਮਝ ਕੇ ਚੱਲਣਾ ਪਏਗਾ। ਸੋ ਧਰਮਾ ਮੀਨਸ ਰਾਈਟੀਅਸਨੈਸ ਐਂਡ ਕਰਮਾ ਮੀਨਸ ਡੀਡਸ। Either my deeds are in line with the value-based dharma, or my deeds are in line with my desires and convenience-based. Whatever I feel like doing, I am doing it. Clear है जी? ते अगे चलते हैं। अगर ये सब कुछ है तो फिर मेरी फ्री विल दी इस तरह लगता कोई जिमें वैल्यू ही नहीं है। इतनी छोटी फ्री विल, एक तो बड़ी छोटी, उस तो ऊपर गुरु साहब जी जो वैल्यूज दी हैं उससे चलने, तो मेरी फ्री विल दी की वैल्यूज है, मेरी फ्री विल का मुल की है फिर? आफ्टर ऑल दैट इज आल्सो ए क्वेश्चन, हाउ वैल्यूएबल इज आवर फ्री विल। सो लेट अस ट्राई टू अंडरस्टैंड की उसकी वैल्यू है। जिवें कि गुरु गोबिंद सिंह साहब का व्याख्यान है, देह सेवा पर मोहे इह शुभ कर्मन ते कबहू न करूं। डियर गॉड, grant my request so that I may never deviate from doing good deeds। मेरी फ्री विल मैनू दिती है, ये ना होए वो कैसी ऐसे कर्मां वाल तुर पवे जिहड़े शुभ कर्म नहीं ने। और ये एक तरह की रिक्वेस्ट गुरु साहबान मंग रहे हैं। सो फ्री विल अलाउज गुड डीड्स टू बी परफॉर्म। फ्री विल की मर्जी है गुड करे बैड करे, पर वो फ्री विल की जी चॉइस है कि अगर धर्मा बेस्ड होना है या राइटियसनैस के पाथ से चलना है, वो भी फ्री विल है जो एक छोटा जिहा किणका मात्र है परमात्मा दियां बेअंत बेअंत पावर्स के अगे। सो द इनसिग्निफिकेंटली स्मॉल फ्री विल हैज द पोटेंशियल टू मेक ए बिग डिफरेंस। इतना सब कुछ होंदे हुए ये बहुत कुछ कर सकती है फ्री विल, इसका पोटेंशियल बहुत है। इसका पोटेंशियल होएगा क्यों नहीं? अल्टीमेटली तो परमात्मा का ही पार्ट है। अल्टीमेटली कनैक्ट अगर असीं उहदे नाल हो रहे हैं, अगर असीं कॉस्मोस नाल कनैक्ट हो जाइए, अगर असीं परमात्मा के मार्ग ते तुर पईए, परमात्मा दीयां शक्तियां नूं किसी तरह उहदे नेड़े पहुंचीए, तो फ्री विल दीयां पावर्स भी हौले हौले पोटेंशियल उहदा कोई एंड ही नहीं है, तो बेअंत बेअंत पावर्स गेन कर सकती है। सो अगर उस जो साडी अपनी छोटी जी दुनिया उहदे विच भी काफ़ी कुछ वो चेंजेस लिया सकती है। सो ऐसी गल नहीं कि साडी फ्री विल का कोई मुल नहीं है, सानू कदी इदां नहीं सोचना चाहिए। साडा एक बड़ा पॉजिटिव फ्रेम ऑफ माइंड होना चाहिए कि परमात्मा तू मैनू जो बख्शिश दिती है, जो मैनू विजडम दिती है। कल ते परसों 2 दिन पानी बंद रहेगा। ओके, ते जो परमात्मा सानू फ्री विल दिती है वो उहदा असीं ठीक इस्तेमाल करके ठीक राह ते चल के असीं जो भी अचीव करते हैं उन्होंने परमात्मा की बख्शिश मन के अगे तुर पईए। सो अगर असीं फर्दर अगे चलते हैं तो इसी नूं अगर इसे एक्सपेंड करके देखना चाहिए। हुण वट आर द एरियाज ऑफ गुड डीड्स, उहदे लई असीं एक मॉडर्न कॉन्सैप्ट की हेल्प लवांगे कि साडे जिहड़े गुड डीड्स है उन्हां दा एरियाज किहड़े किहड़े आ। ਉਹਦੇ ਵਿਚਕਾਰ ਜੋ ਸਾਡੇ ਕੋਲ ਅਸੀਂ ਇੱਕ ਮਾਡਰਨ ਜਿਵੇਂ 7 ਹੈਬਿਟਸ ਆਫ ਹਾਈਲੀ ਇਫੈਕਟਿਵ ਪੀਪਲ ਸਟੀਵਨ ਕੋਵੀ ਦੀ ਬੁੱਕ ਹੈ, ਜਿਵੇਂ ਉਹਦਾ ਰੈਫਰੈਂਸ ਲੈ ਕੇ ਅਸੀਂ ਸਟਾਰਟ ਲੈ ਰਹੇ ਹਾਂ ਮਾਡਰਨ ਕਨਸੈਪਟ ਦੇ। ਗੁਰੂ ਸਾਹਿਬਾਨ ਦੇ ਹਰ ਇੱਕ ਦੇ ਬਾਰੇ ਵਿਚਾਰ ਹੈ ਹੀ ਨੇ। ਸੋ ਅਸੀਂ ਜਾਣਦੇ ਹਾਂ ਕਿ ਜਿੰਨੇ ਵੀ ਮਾਡਰਨ ਕਨਸੈਪਟਸ ਹੈ ਗੁਰੂ ਸਾਹਿਬਾਨ ਦੇ ਉਹਦੇ ਬਾਰੇ ਵਿਚਾਰ ਹੈ। ਤੇ ਸਟੀਵਨ ਕੋਵੀ ਕਹਿੰਦਾ ਅਸੀਂ 3 ਏਰੀਆਜ਼ ਦੇ ਵਿੱਚ ਆਪਰੇਟ ਕਰਦੇ ਹਾਂ। ਇੱਕ ਤੇ ਹੈ ਏਰੀਆ ਆਫ ਕੰਟਰੋਲ, एक साडा एरिया ऑफ इन्फ्लुएंस और तीसरा है एरिया ऑफ कंसर्न। एरिया ऑफ कंट्रोल है जिथे मेरा अपना कंट्रोल है, जिथे मैं कुछ जो करना चाहवा कर सकता। दूसरा मेरे को है एरिया ऑफ इन्फ्लुएंस, मेरे शुभ कर्म किथे किथे दिख सकते हैं। एरिया ऑफ इन्फ्लुएंस है जिथे मेरा डायरैक्ट कंट्रोल नहीं है बट मैं उन्होंने चाहवा तो इन्फ्लुएंस करने की कोशिश कर सकता। और जो तीसरा है वो है एरिया ऑफ कंसर्न, कि मेरे को उदा इन्फ्लुएंस भी नहीं कर पा रहा पर मैनू कितने वो कंसर्न लगता है। वो कंसर्न किसी भी चीज़ लिए हो सकता है, किसी सिचुएशन लिए हो सकता है भी ये सिचुएशन ठीक नहीं है। कोई मान लो दुनिया च अपराध हो गया, किसी होर नाल होया सी उन्होंने जानते भी नहीं आ,
ਪਰ ਸਾਡਾ ਕੰਸਰਨ ਹੈ ਐਟਲੀਸਟ ਅਸੀਂ ਆਪਣੇ ਵਿਊਜ਼ ਮਾਡਰਨ ਵੇ ਵਿੱਚ ਮੀਡੀਆ ਦੇ ਵਿੱਚ ਕਿਤੇ ਨਾ ਕਿਤੇ ਐਕਸਪ੍ਰੈਸ ਕਰ ਸਕਦੇ ਹਾਂ। ਸੋ ਜੀ ਇੱਕ ਤੀਸਰਾ ਮੇਰਾ ਏਰੀਆ ਆਫ ਕੰਸਰਨ। ਸੋ ਇਹ 3 ਏਰੀਆਜ਼ ਨੇ ਜਿੱਥੇ ਮੇਰੇ ਤਿੰਨੋਂ ਹਰ ਤਰ੍ਹਾਂ ਦੇ ਸ਼ੁਭ ਕਰਮ ਰਿਪਰੈਜ਼ੈਂਟ ਹੋਣੇ ਚਾਹੀਦੇ। ਹੁਣ ਜੋ ਏਰੀਆ ਆਫ ਐਕਚੁਅਲ ਕੰਟਰੋਲ ਹੈ ਨਾ ਇਨਸਾਨ ਦਾ, ਉਹ ਆਪਣੇ ਤੋਂ ਇਲਾਵਾ ਕਿਸੇ ਹੋਰ ਤੇ ਨਹੀਂ ਹੈ। ਅਸੀਂ ਕਈ ਵਾਰ ਸੋਚਦੇ ਹਾਂ ਇਹ ਬੰਦਾ ਇਸ ਮਿਲ ਦਾ ਮਾਲਕ ਹੈ ਜਾਂ ਇਸ ਫੈਕਟਰੀ ਦਾ ਮਾਲਕ ਹੈ ਤਾਂ ਇਹਦਾ ਬੜਾ ਵੱਡਾ ਕੰਟਰੋਲ ਹੈ, ਕੰਟਰੋਲਿੰਗ ਆਫਿਸਰ ਹੈ ਜਾਂ ਜੋ ਵੀ ਹੈ। ਠੀਕ ਹੈ, ਉਹ ਕਿਸੇ ਨੂੰ ਚਾਹੇ ਤੇ ਕੱਢ ਵੀ ਸਕਦਾ ਹੈ, ਕੋਈ ਐਸੀ ਗੱਲ ਨਹੀਂ, ਪਰ ਉਹ ਐਕਸ਼ਨ ਉਹਦਾ ਆਪਣਾ ਵੇ। ਅਗਰ ਉਹ ਕੰਟਰੋਲ ਕਰ ਰਿਹਾ ਤੇ ਸਿਰਫ ਆਪਣੇ ਉੱਤੇ ਹੀ ਇੱਕ ਤਰ੍ਹਾਂ ਨਾਲ ਕੰਟਰੋਲ ਕਰ ਰਿਹਾ ਕਿ ਆਪਣਾ ਹੀ ਜੋ ਐਕਸ਼ਨ ਲੈਣਾ। ਇਨਸਾਨ ਆਪਣੇ ਐਕਸ਼ਨ ਤੇ ਹੀ ਸਿਰਫ ਕੰਟਰੋਲ ਕਰਦਾ ਹੈ। ਉਹ ਡਿਸੀਜ਼ਨ ਲੈਣਾ ਨਾ ਲੈਣਾ, ਕਿਸੇ ਨੂੰ ਨਿਕਾਲਣਾ ਹੈ ਰੱਖਣਾ, ਕੰਟਰੋਲ ਉਹਦਾ ਆਪਣੇ ਤੇ ਹੈ। ਕੱਲ ਕੀ ਹੋਏਗਾ, ਕੱਲ ਹੋ ਸਕਦਾ ਉਹ ਡਿਸੀਜ਼ਨ ਹੋਣ ਤੋਂ ਪਹਿਲਾਂ ਉਹੀ ਬੰਦਾ ਆਪ ਹੀ ਨਾ ਰਵੇ। ਸੋ ਬੇਸਿਕਲੀ ਉਹਦਾ ਜੋ ਕੰਟਰੋਲ ਅੱਜ ਦੀ ਤਾਰੀਖ ਵਿੱਚ ਹੈ ਉਹ ਸਿਰਫ ਆਪਣੇ ਤੱਕ ਹੈ। ਏਰੀਆ ਆਫ ਇਨਫਲੂਐਂਸ ਹੈ ਜਿੱਥੇ ਅਸੀਂ ਕਿਸੇ ਨੂੰ ਕਹਿ ਸਕਦੇ ਹਾਂ ਵੀ ਕੋਸ਼ਿਸ਼ ਕਰੋ, ਜਿਵੇਂ ਸਾਡੀ ਕੋਈ ਟੀਮ ਦੇ ਹੀ ਬੰਦੇ ਆ ਜੋ ਸਾਡੇ ਨਾਲ ਕੰਮ ਕਰ ਰਹੇ ਆ, ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਨਾ ਕਰੋ। ਫਾਈਨਲੀ ਉਹਨਾਂ ਦਾ ਕੰਟਰੋਲ ਉਹਨਾਂ ਦੇ ਆਪਣੇ ਉੱਪਰ ਹੈ, ਉਹ ਕਰਨਗੇ ਜਾਂ ਨਹੀਂ ਕਰਨਗੇ ਅਸੀਂ ਨਹੀਂ ਜਾਣਦੇ। ਔਰ ਤੀਸਰਾ ਜਿੱਥੇ ਅਸੀਂ ਸਿਰਫ ਅਗੇਨ ਵਿਊਜ਼ ਹੀ ਐਕਸਪ੍ਰੈਸ ਕਰ ਸਕਦੇ ਹਾਂ, ਬਾਕੀ ਸਾਨੂੰ ਕੋਈ ਡਾਇਰੈਕਟ ਇਹ ਵੀ ਨਹੀਂ ਪਤਾ ਇਹ ਵਿਊ ਕਿੱਥੇ ਜਾਣਗੇ ਕਿੱਥੇ ਨਹੀਂ ਜਾਣਗੇ। ਸੋ ਇਹ 3 ਏਰੀਆਜ਼ ਨੇ ਜਿੱਥੇ ਅਸੀਂ ਕਰ ਸਕਦੇ ਹਾਂ। ਹੁਣ ਅਸੀਂ ਇਹਨਾਂ ਨੂੰ ਪ੍ਰਭਾਵਿਤ ਕਿਵੇਂ ਕਰਨਾ ਹੈ, ਹਾਊ ਟੂ ਇਨਫਲੂਐਂਸ ਦਿਸ ਕੰਟਰੋਲ। ਉਹਦੇ ਕੋਲ ਤਰੀਕੇ ਸਾਡੇ ਸਿਰਫ 2 ਹੀ ਹਨ। ਇੱਕ ਤੇ ਹੈ ਕਿ ਅਸੀਂ ਸਰਵਿਸ ਟੂ ਦਾ ਕ੍ਰੀਏਸ਼ਨ, ਜੋ ਗੁਰੂ ਸਾਹਿਬਾਨ ਦੇ ਸਾਹਮਣੇ ਦੈਟ ਇਜ਼ ਸ੍ਰਿਸ਼ਟੀ ਦੀ ਸੇਵਾ ਕਰੀਏ। ਉਹ ਏਰੀਆ ਆਫ ਕੰਟਰੋਲ ਦੇ ਵਿੱਚ ਸਭ ਨਾਲ ਜ਼ਿਆਦਾ ਮਾਇਨੇ ਉਹੀ ਰੱਖਦਾ ਹੈ। ਦੈਟ ਮੀਨਸ ਅਗਰ ਮੇਰਾ ਏਰੀਆ ਆਫ ਕੰਟਰੋਲ ਹੈ ਤੇ ਉੱਥੇ ਕਿਤੇ ਨਾ ਕਿਤੇ ਮੇਰੇ ਅੰਦਰ ਇੱਕ ਸੇਵਾ ਦਾ ਭਾਵ ਹੋਏ। ਮੈਂ ਜੋ ਵੀ ਐਕਸ਼ਨ ਲੈ ਰਿਹਾ ਉਹਦੇ ਪਿੱਛੇ ਇੱਕ ਸੇਵਾ ਰਿਫਲੈਕਟ ਹੋ ਰਹੀ ਹੋਏ ਤੇ ਮੇਰਾ ਉਹ ਸ਼ੁਭ ਕਰਮ ਬਣ ਜਾਏਗਾ। ਅਗਰ ਕਿਤੇ ਉਹ ਸੇਵਾ ਦੇ ਭਾਵ ਤੋਂ ਪਰੇ ਹੈ, ਚਾਹੇ ਉਹ ਮੇਰਾ ਆਫਿਸ ਦਾ ਕੰਮ ਹੈ, ਚਾਹੇ ਮੇਰੀ ਫੈਮਿਲੀ ਵਿੱਚ ਡੀਲਿੰਗ ਹੈ, ਚਾਹੇ ਮੇਰੀ ਸੋਸ਼ਲ ਡੀਲਿੰਗ ਹੈ, ਅਗਰ ਮੇਰਾ ਸੇਵਾ ਦਾ ਭਾਵ ਨਹੀਂ ਹੈ ਨਾਲ ਜੁੜਿਆ ਹੋਇਆ, then it is not a service to creation ਤੇ ਮੈਂ ਉਹਨੂੰ ਆਪਣੇ ਨੂੰ ਜੋ ਮੇਰਾ ਕੰਟਰੋਲ ਹੈ ਉਹ ਗਲਤ ਸਾਈਡ ਤੇ ਜਾ ਰਿਹਾ ਹੈ। ਔਰ ਜੋ ਏਰੀਆ ਆਫ ਇਨਫਲੂਐਂਸ ਜਾਂ ਏਰੀਆ ਆਫ ਕੰਸਰਨ ਹੈ ਉਹਦੇ ਵਿੱਚ ਸਾਡੇ ਐਕਸਪ੍ਰੈਸ਼ਨ ਆਫ ਵਿਊਜ਼ ਹੈ, ਵਿਚਾਰਾਂ ਦਾ ਪ੍ਰਗਟਾਓ। ਜਿੱਥੇ ਜ਼ਰੂਰਤ ਹੋਏ ਅਸੀਂ ਇਹ ਜ਼ਰੂਰ ਦਸੀਏ ਕਿ ਇਹ ਗਲਤ ਹੋ ਰਿਹਾ ਹੈ। ਉਹ ਹੋ ਸਕਦਾ ਮੇਰੇ ਕੰਟਰੋਲ 'ਚ ਨਾ ਹੋਏ, ਪਰ ਜਿੱਥੇ ਗਲਤ ਹੋ ਰਿਹਾ, ਜਿੱਥੇ ਠੀਕ ਹੋ ਰਿਹਾ, ਉੱਥੇ ਅਸੀਂ ਆਪਣੀ ਆਵਾਜ਼ ਵੀ ਜ਼ਰੂਰ ਪਹੁੰਚਾਈਏ। ਬਿਕੋਜ਼ ਅਲਟੀਮੇਟਲੀ ਸਾਰਿਆਂ ਦੀ ਓਪੀਨੀਅਨ ਕਈ ਵਾਰ ਇੱਕ ਸਿਚੁਏਸ਼ਨ ਨੂੰ ਬਦਲ ਦਿੰਦੀ ਹੈ। ਸੋ ਦੀਜ਼ ਆਰ ਦ 2 ਏਰੀਆਜ਼। ਔਰ ਐਕਚੁਅਲ ਦੇ ਵਿਚਕਾਰ ਅਸੀਂ ਫਰਦਰ ਸ਼ਬਦ ਵੀ ਲਏ ਸੀ, ਪਰ ਉਹ ਬਹੁਤ ਲੰਬਾ ਹੋ ਜਾਂਦਾ ਸੈਸ਼ਨ। ਔਰ ਇੱਥੇ ਇਸ ਟੀਮ ਦੇ ਵਿਚਕਾਰ ਜ਼ਿਆਦਾਤਰ ਲੋਕ ਇਸ ਚੀਜ਼ ਨੂੰ ਸਮਝਦੇ ਹਨ ਤੇ ਅਸੀਂ ਬਹੁਤ ਡਿਟੇਲ 'ਚ ਫਰਦਰ ਨਹੀਂ ਜਾ ਰਹੇ, ਬਟ ਫਿਰ ਵੀ ਅਸੀਂ ਥੋੜ੍ਹਾ ਜਿਹਾ ਸਮਝਣ ਦੀ ਕੋਸ਼ਿਸ਼ ਕਰੀਏ ਕਿ ਪੋਜ਼ਿਟਿਵ ਚੇਂਜਸ ਅਸੀਂ ਕਿਸ ਤਰ੍ਹਾਂ ਦੁਨੀਆ ਦੇ ਵਿੱਚ ਲੈ ਕੇ ਆਉਂਦੇ ਹਾਂ। ਉਹ ਪੋਜ਼ਿਟਿਵ ਚੇਂਜਸ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਅਗਰ ਕੋਈ ਚੀਜ਼ ਮੇਰੀ ਏਰੀਆ ਆਫ ਕੰਸਰਨ ਹੈ ਜਾਂ ਮੇਰੀ ਬੇਚੈਨੀ ਦਾ ਕਾਰਨ ਬਣ ਗਈ ਹੈ, ਉਹਨੂੰ ਇਸ ਕੋਸ਼ਿਸ਼ ਕੀਤਾ ਜਾਏ ਕਿ ਮੇਰੇ ਏਰੀਆ ਆਫ ਇਨਫਲੂਐਂਸ ਦੇ ਵਿੱਚ ਹੀ ਆ ਜਾਏ ਤਾਂ ਕਿ ਮੈਂ ਉਹਨੂੰ ਜ਼ਿਆਦਾ ਪ੍ਰਭਾਵਿਤ ਕਰ ਸਕਾਂ। ਜਿਹੜੀ ਚੀਜ਼ ਮੇਰੇ ਪ੍ਰਭਾਵ 'ਚ ਹੈ ਉਹਨੂੰ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਮੇਰੇ ਏਰੀਆ ਆਫ ਕੰਟਰੋਲ 'ਚ ਵੀ ਆ ਜਾਏ। ਇਸ ਕਰਕੇ ਜੋ ਦੁਨੀਆ ਦੇ ਵਿੱਚ ਮਨੁੱਖ ਲੋਕ ਇੱਛਾਵਾਂ ਰੱਖਦੇ ਨੇ, ਉਹ ਇੱਛਾਵਾਂ ਵੀ ਮਾੜੀਆਂ ਨਹੀਂ ਹਨ। ਅਸੀਂ ਬਹੁਤ ਵਾਰ ਕਹਿ ਦਿੰਦੇ ਹਾਂ ਇਨਸਾਨ ਨੂੰ ਕੋਈ ਇੱਛਾ ਹੀ ਨਹੀਂ ਹੋਣੀ ਚਾਹੀਦੀ, ਇਹ ਨਹੀਂ ਹੋਣਾ ਚਾਹੀਦਾ, ਬਿਲਕੁਲ ਅਟੰਕ ਹੋਣਾ ਚਾਹੀਦਾ। ਅਗਰ ਸਾਡੀ ਸੇਵਾ ਭਾਵਨਾ ਹੈ ਕਿ ਮੈਨੂੰ ਅਲਟੀਮੇਟਲੀ ਇਸ ਚੀਜ਼ ਨੂੰ ਉਸ ਤਰ੍ਹਾਂ ਨਾਲ ਕਰਨਾ ਹੈ ਜਿਸ ਤਰ੍ਹਾਂ ਪਰਮਾਤਮਾ ਦੇ ਵੱਲੋਂ ਸਾਨੂੰ ਹਿਦਾਇਤ ਆਈ ਹੈ, ਪਰਮਾਤਮਾ ਵੱਲੋਂ ਸਾਨੂੰ ਇੰਸਟਰਕਸ਼ਨਸ ਆਈਆਂ ਔਰ ਅਸੀਂ ਉਸ ਤਰ੍ਹਾਂ ਚਾਹੁੰਦੇ ਹਾਂ, ਤੇ ਉਹਨੂੰ ਆਪਣੇ ਏਰੀਆ ਆਫ ਕੰਟਰੋਲ ਜਾਂ ਏਰੀਆ ਆਫ ਇਨਫਲੂਐਂਸ ਵਿੱਚ ਲਿਆਉਣ ਦੇ ਵਿੱਚ ਕੁਝ ਵੀ ਮਾੜਾ ਨਹੀਂ। ਜਦੋਂ ਅਸੀਂ ਉਹ ਕਰਮ ਕਰ ਰਹੇ ਹਾਂ ਉਹਦਾ ਰਿਜ਼ਲਟ ਆਇਆ ਜਾਂ ਨਹੀਂ ਆਇਆ, ਸਾਨੂੰ ਗ੍ਰੇਸਫੁਲੀ ਐਕਸੈਪਟ ਕਰਨਾ ਪਏਗਾ, ਹੁਕਮ ਰਜਾਈ ਚੱਲਣਾ। ਪਰ ਅਗਰ ਇੱਛਾ ਦੇ ਪਿੱਛੇ ਭਾਵਨਾ ਠੀਕ ਹੈ ਕਿ ਮੈਂ ਸੇਵਾ ਕਰਨਾ ਚਾਹੁੰਦਾ ਵਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ, ਫਿਰ ਉਹ ਇੱਛਾ ਵੀ ਕੋਈ ਮਾੜੀ ਇੱਛਾ ਨਹੀਂ ਹੈ। ਦੈਟ ਇਜ਼ ਦਾ ਅਲਾਈਨਡ ਟੂਵਰਡਸ ਦਾ ਮਿਸ਼ਨ। ਉਹ ਮਿਸ਼ਨ ਵਾਲੀ ਸਾਨੂੰ ਲੈ ਕੇ ਜਾ ਰਹੀ ਹੈ। ਤੇ ਅਕਸਰ ਕੀ ਹੁੰਦਾ ਸੀ ਦੁਨੀਆ ਦੇ ਵਿਚਕਾਰ ਨਾ ਬਹੁਤ ਜ਼ਿਆਦਾ ਡਿਸਕਸ਼ਨ 'ਚ ਪੈ ਜਾਂਦੇ ਆ। ਸਾਨੂੰ ਤੇ ਕਿਹਾ ਗਿਆ ਕੋਈ ਇੱਛਾ ਹੋਣੀ ਨਹੀਂ ਚਾਹੀਦੀ, ਇੱਛਾ ਕੀ ਹੈ, ਮਤਲਬ ਜਦੋਂ ਤੱਕ ਸਾਰੀਆਂ ਇੱਛਾ ਨਹੀਂ ਛੁੱਟ ਜਾਣਗੀਆਂ, ਇੱਛਾ ਰੱਖਣੀ ਹੈ, ਇੱਛਾ ਦੀ ਡਾਇਰੈਕਸ਼ਨ ਵਿੱਚ ਤੁਰ ਪੈਣਾ। ਇੱਛਾ ਮਿਲੇਗੀ ਜਾਂ ਨਹੀਂ ਮਿਲੇਗੀ ਇਹ ਸਾਨੂੰ ਖਿਆਲ ਨਹੀਂ ਰਹਿਣਾ ਚਾਹੀਦਾ। ਦੈਟ ਮੀਨਸ ਦ ਡਿਜ਼ਾਇਰਸ ਆਰ ਸੈਟਿੰਗ ਮਾਈ ਡਾਇਰੈਕਸ਼ਨ। ਅਸੀਂ ਫਿਰ ਧਿਆਨ ਨਾਲ ਸਮਝੀਏ,
ਤੇ ਜਿਤਨੀਆਂ ਡਿਜ਼ਾਇਰਸ ਨੇ ਉਹ ਮੇਰੀ ਡਾਇਰੈਕਸ਼ਨ ਨੂੰ ਸੈੱਟ ਕਰਨ। ਉਹ ਡਾਇਰੈਕਸ਼ਨ ਤੇ ਜਦੋਂ ਅਸੀਂ ਤੁਰ ਪਈਏ ਅਸੀਂ ਫਿਰ ਭੁੱਲ ਜਾਈਏ, ਕਿਉਂਕਿ ਹੁਣ ਮੈਂ ਰਾਈਟੀਅਸ ਪਾਥ ਉੱਤੇ ਹਾਂ, ਕਿ ਮੇਰਾ ਇਹਦਾ ਐਂਡ ਰਿਜ਼ਲਟ ਆਏਗਾ ਜਾਂ ਨਹੀਂ ਆਏਗਾ ਉਹ ਪਰਮਾਤਮਾ ਦੀ ਮਰਜ਼ੀ ਹੈ। ਉਹ ਮੈਂ ਹੁਕਮ ਵਿੱਚ ਹਾਂ। परमात्मा चाहेगा रिजल्ट मिलेगा, परमात्मा नहीं चाहेगा रिजल्ट नहीं मिलेगा। सो मेरिया जो डिजायर्स हैं, विशेस हैं, गोल्स हैं, जो भी हैं, दे शुड बी वेरी वेल अलाइंड टूवर्ड्स द मिशन। और मैं उस राह ते तुर पिया, वही राइटियस पाथ है। अदरवाइज गुरु साहिबान नू गुरु ग्रंथ साहब दे विच इतनियां इच्छावां देण दी लोड़ ही नहीं सी, इतनी इंस्ट्रक्शन देण दी लोड़ नहीं सी कि मैं अगर बिना किसी भी डिजायर दे तुरिया जा रहा, ਉਹ ਜੋ ਡਿਜ਼ਾਇਰ ਹੈ, ਡਿਜ਼ਾਇਰ ਸੈੱਟ ਕਰਨ ਤੋਂ ਬਾਅਦ ਅਸੀਂ ਡਿਜ਼ਾਇਰ ਨੂੰ ਸਾਈਡ ਤੇ ਰੱਖ ਦਿੰਦੇ ਹਾਂ। ਦੈਟ ਮੀਨਸ ਹੁਣ ਮਿਲਣਾ ਨਾ ਮਿਲਣਾ ਮੈਨੂੰ ਉਹਦੀ ਫਿਕਰ ਨਹੀਂ, ਮੈਂ ਹੁਣ ਠੀਕ ਰਸਤਾ ਪਕੜ ਲਿਆ। ਸੋ ਇਹ ਸਾਨੂੰ ਇੱਕ ਓਵਰਆਲ ਪਰਸਪੈਕਟਿਵ ਜ਼ਰੂਰ ਕਲੀਅਰ ਹੋਣਾ ਚਾਹੀਦਾ। ਨਹੀਂ ਤੇ ਕਿਤੇ ਅਸੀਂ ਦੁਨਿਆਵੀ ਜਦੋਂ ਚੀਜ਼ਾਂ ਦੀਆਂ ਗੱਲਾਂ ਕਰਦੇ ਹਾਂ ਅਸੀਂ ਆਮ ਤੌਰ ਤੇ ਗਲਤੀ ਖਾ ਜਾਂਦੇ ਹਾਂ। ਸਾਨੂੰ ਕੀ ਲੈਣਾ ਜੀ, ਇਹ ਤੇ ਸਾਦਾ ਨੂੰ ਕੀ ਸਵਾਦਾਂ ਨਾਲ ਜੀ, ਇਹ ਜੀ ਉਹ ਜੀ। ਕੋਈ ਨਾ ਕੋਈ ਬੰਦਾ ਨਾ ਗੱਲ ਨੂੰ ਟਵਿਸਟ ਕਰਕੇ ਕੋਈ ਹੋਰ ਨਵਾਂ ਰੁਖ ਦੇ ਦਿੰਦਾ, ਬਿਨਾਂ ਇਹ ਸਮਝੇ ਕਿ ਗੁਰੂ ਸਾਹਿਬ ਦੀ ਸਾਨੂੰ ਕੀ ਹਿਦਾਇਤ ਹੈ, ਸਾਨੂੰ ਉਸ ਮਾਰਗ ਤੇ ਕਿਵੇਂ ਤੁਰਨਾ ਹੈ, ਕਿਵੇਂ ਮਨੁੱਖਤਾ ਦੀ ਸੇਵਾ ਅਲਟੀਮੇਟਲੀ ਕਰਨੀ ਹੈ। ਔਰ ਅਗਰ ਭਾਵ ਸੇਵਾ ਵਾਲਾ ਹੈ ਤੇ ਫਿਰ ਅਸੀਂ ਤੁਰ ਪਈਏ, ਫਿਰ ਅਸੀਂ ਪੂਰਾ ਜ਼ੋਰ ਲਗਾ ਦਈਏ, ਚਾਹੇ ਉਹ ਮੇਰੇ ਏਰੀਆ ਆਫ ਕੰਟਰੋਲ 'ਚ ਹੈ, ਚਾਹੇ ਉਹ ਮੇਰੀ ਏਰੀਆ ਆਫ ਇਨਫਲੂਐਂਸ 'ਚ ਹੈ, ਚਾਹੇ ਉਹ ਸਿਰਫ ਮੇਰੇ ਏਰੀਆ ਸੌਰੀ ਉੱਪਰ ਗਲਤ ਲਿਖਿਆ ਹੋਇਆ, ਚਾਹੇ ਉਹ ਏਰੀਆ ਆਫ ਕੰਸਰਨ ਵਿੱਚ ਹੈ। ਸੋ ਜਿਹੜਾ ਟੌਪ ਵਾਲਾ ਹੈ ਸ਼ਾਇਦ ਉਹਦੇ ਬਾਈ ਚਾਂਸ ਗਲਤ ਮਿਸਟੇਕ ਹੋ ਗਈ ਹੈ, ਉਹ ਏਰੀਆ ਆਫ ਕੰਸਰਨ ਸੌਰੀ ਕਰੈਕਟ ਏਰੀਆ ਆਫ ਕੰਸਰਨ ਤੋਂ ਏਰੀਆ ਆਫ ਕੰਟਰੋਲ ਵੱਲ ਲੈ ਕੇ ਜਾ ਰਹੇ ਹਾਂ। ਸੋ ਇਹ ਸਾਨੂੰ ਹਮੇਸ਼ਾ ਹੀ ਧਿਆਨ ਰੱਖਣਾ ਹੈ। ਹੁਣ ਸਵਾਲ ਇਹ ਪੈਦਾ ਹੁੰਦੇ ਕਿ ਸਾਡੀਆਂ ਜੋ ਡਿਜ਼ਾਇਰਸ ਹੈ, ਅਲਟੀਮੇਟਲੀ ਡਿਜ਼ਾਇਰਸ ਤੇ ਲੋਕ ਰੱਖ ਹੀ ਲੈਂਦੇ ਨੇ, ਉਹਨਾਂ ਦੀ ਟੈਂਡੈਂਸੀ ਗਲਤ ਵਾਲੇ ਪਾਸੇ ਜਾਣ ਦੀ ਕਿਉਂ ਹੁੰਦੀ ਹੈ? Desire have a tendency to catch wrong direction. Ultimately अगर ਅਸੀਂ ਕਹਿ ਰਹੇ ਹਾਂ ਇੱਛਾਵਾਂ ਰੱਖਣ 'ਚ ਕੋਈ ਗਲਤੀ ਨਹੀਂ ਹੈ, ਹੁਣ ਜਦੋਂ ਇਨਸਾਨ ਇੱਛਾਵਾਂ ਰੱਖਦਾ ਤੇ ਕਿਤੇ ਨਾ ਕਿਤੇ ਉਹ ਗਲਤ ਡਾਇਰੈਕਸ਼ਨ ਵੀ ਪਕੜ ਜਾਂਦੀਆਂ, ਉਹ ਸਾਨੂੰ ਸਮਝਣਾ ਪਏਗਾ। ਇਹਦੇ ਦੋ ਕਾਰਨ ਨੇ। ਅਸੀਂ ਜੋ ਹੁਣੇ ਪਿੱਛੇ ਗੱਲ ਕੀਤੀ, ਇੱਕ ਤੇ ਆਵਰ ਡਿਜ਼ਾਇਰਸ ਮੇ ਬੀ ਮਿਸਅਲਾਈਨਡ ਵਿਦ ਦਾ ਮਿਸ਼ਨ, ਉਹਨਾਂ ਦੀ ਮਿਸਅਲਾਈਨਮੈਂਟ ਹੋ ਸਕਦੀ ਹੈ ਕਿ ਸਚਿਆਰਾ ਹੋਈਏ ਨਾਲ, ਦੈਟ ਮੀਨਸ ਉਹਦੇ 'ਚ ਇੱਕ ਸੇਵਾ ਭਾਵ ਹੋ ਸਕਦਾ ਨਾ ਹੋਏ, ਉਹ ਮਿਸਅਲਾਈਨਮੈਂਟ ਹੋਏਗੀ। ਔਰ ਦੂਸਰਾ ਹੋ ਸਕਦਾ ਹੈ ਅਸੀਂ ਨਤੀਜੇ ਨੂੰ ਮੁੱਖ ਰੱਖ ਕੇ ਕੰਮ ਕਰਦੇ ਹਾਂ, ਸਹੀ ਮਾਰਗ ਨੂੰ ਨਹੀਂ, ਉੱਥੇ ਉੱਥੇ ਗਲਤੀ ਖਾ ਜਾਂਦੇ ਹਾਂ। ਅਸੀਂ ਕਹਿੰਦੇ ਹਾਂ ਨਤੀਜਾ ਹੁਣ ਮੇਰੇ ਸਾਹਮਣੇ, ਮੈਨੂੰ ਹਰ ਹਾਲਤ 'ਚ ਨਤੀਜਾ ਚਾਹੀਦਾ ਹੈ। We are consequence driven and ignore the correct path. ਹੁਣ ਸਾਨੂੰ ਰਿਜ਼ਲਟ ਚਾਹੀਦਾ, ਉਹਦੇ ਪਿੱਛੇ ਅਸੀਂ ਕੰਪਰੋਮਾਈਜ਼ ਸ਼ੁਰੂ ਕਰ ਦਿੰਦੇ ਹਾਂ। ਇਹ ਦੋ ਕਾਰਨ ਨੇ ਸਾਨੂੰ ਜਿਹੜੀਆਂ ਇੱਛਾਵਾਂ ਨੇ ਉਹ ਗਲਤ ਪਾਸੇ ਲੈ ਜਾਂਦੀਆਂ ਹਨ। ਹੁਣ ਅਸੀਂ ਦੋਨਾਂ ਨੂੰ ਥੋੜਾ ਹੋਰ ਡਿਟੇਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। तो पहली है कि our desires may not be aligned or they may be misaligned with the mission. ਹੁਣ ਦੇਖੋ ਸਾਡੇ ਸਾਹਮਣੇ ਇੱਕ ਮਿਸ਼ਨ और एक मार्ग है। मिशन है हाउ कैन आई बिकम द ट्रूथ, कि सचियारा हुई है, और एक मार्ग असी दिखाया जिससे तुर के जाना है। ਹੁਣ ਇੱਛਾਵਾਂ इंसान की रख ਲੈਂਦਾ, ਉਹਨਾਂ ਨੂੰ ਦੇਖਦੇ ਹਾਂ। How do I have a better house than neighbor? How do I stand first in the class? How do I accumulate wealth for next generations? How do I become popular? मैं किवें मशहूर हो जाऊं? इदा की लेना देना है हाउ कैन आई बिकम ट्रूथ नाल? अगर मैं इच्छावां ਉਹ ਰੱਖ ਰਿਹਾ ਵਾਂ, ਅਸੀਂ ਕਿਹਾ ਇੱਛਾਵਾਂ ਰੱਖਣਾ ਤੇ ਗਲਤ ਨਹੀਂ ਹੈ, ਪਰ ਮੇਰੀਆਂ ਇੱਛਾਵਾਂ ਮਿਸਅਲਾਈਨਡ ਨੇ। ਮੈਂ ਚੈੱਕ ਕਰਾਂ ਕਿ ਅਲਟੀਮੇਟਲੀ ਇਹ ਸਚਿਆਰ ਹੋਣ ਵਿੱਚ ਮੈਨੂੰ ਹੈਲਪ ਕਰ ਰਹੀਆਂ ਨੇ। ਹਾਊ ਡੂ ਆਈ, ਮੇਰਾ ਮਕਾਨ ਮੇਰੇ ਪੜੋਸੀ ਦੇ ਮਕਾਨ ਨਾਲ ਵੱਡਾ ਔਰ ਸੋਹਣਾ ਕਿਉਂ ਨਾ ਹੋਏ, ਮੈਂ ਕਲਾਸ ਦੇ ਵਿੱਚ ਇੱਕ ਬੱਚਾ ਕਹਿੰਦਾ ਫਸਟ ਆਉਣਾ ਚਾਹੁੰਦਾ, ਔਰ ਕਹੋਗੇ ਤੇ ਅੱਛੀ ਗੱਲ ਹੈ, ਬੱਚਾ ਫਸਟ ਆਉਣਾ ਚਾਹੁੰਦਾ, ਅਸੀਂ ਵੀ ਮਨਾ ਨਹੀਂ ਕਰਦੇ। ਹਾਊ ਡੂ ਆਈ ਐਕੂਮੂਲੇਟ ਵੈਲਥ, ਇੰਨਾ ਮੇਰੇ ਕੋਲ ਧਨ ਹੋਏ ਕਿ ਆਉਣ ਵਾਲੀਆਂ ਜਨਰੇਸ਼ਨਸ ਨੂੰ ਕਦੀ ਕੋਈ ਦਿੱਕਤ ਨਾ ਹੋਏ, 7 ਪੀੜ੍ਹੀਆਂ ਬਹਿ ਕੇ ਖਾਂਦੀਆਂ ਰਹਿਣ, ਮੈਂ ਮਸ਼ਹੂਰ ਕਿਵੇਂ ਹੋ ਜਾਵਾਂ। ਇਹ ਸਾਰੀਆਂ ਮਿਸਅਲਾਈਨਡ ਡਿਜ਼ਾਇਰਸ ਨੇ। ਔਰ ਅਸੀਂ ਛੋਟਾ ਜਿਹਾ ਇੱਕ ਸੈਂਪਲ ਦੇ ਤੌਰ ਤੇ ਹੀ ਸਿਰਫ ਦੇਖਾਂਗੇ ਕਿ ਅਸੀਂ ਡਿਜ਼ਾਇਰਸ ਨੂੰ ਅਲਾਈਨ ਕਿਸ ਤਰ੍ਹਾਂ ਕਰ ਸਕਦੇ ਹਾਂ। ਇਹਨਾਂ ਹੀ ਡਿਵਾਈਨਸ, ਇਹਨਾਂ ਜੋ ਸਾਡੀ ਫ੍ਰੀ ਵਿਲ ਨੇ ਸਾਨੂੰ ਕਿਹਾ ਕਿ ਇਹ ਡਿਜ਼ਾਇਰ ਨੇ, ਇਹਨਾਂ ਡਿਜ਼ਾਇਰਸ ਨੂੰ ਅਸੀਂ ਕਿਸ ਤਰ੍ਹਾਂ
ਮਿਸ਼ਨ ਦੀ ਤਰਫ ਲੈ ਕੇ ਜਾਈਏ। ਤੇ ਅਸੀਂ ਅਲਾਈਨਡ ਡਿਜ਼ਾਇਰਸ ਦੀ ਗੱਲ ਕਰਦੇ ਹਾਂ, ਜਿਵੇਂ ਕਿ ਹੈ ਹਾਊ ਡੂ ਆਈ ਸਟੈਂਡ ਫਸਟ ਇਨ ਦਾ ਕਲਾਸ। ਅਗਰ ਬੱਚਾ ਇਹ ਕਹਿ ਰਿਹਾ ਕਿ ਮੈਂ ਕਲਾਸ ਦੇ ਵਿੱਚ ਫਸਟ ਕਿਸ ਤਰ੍ਹਾਂ ਆ ਜਾਵਾਂ, ਜੋ ਕਿ ਮਿਸਅਲਾਈਨਡ ਡਿਜ਼ਾਇਰ ਹੈ, ਉਹਦੀ ਜਗ੍ਹਾ ਉਹਦੀ ਇੱਛਾ ਹੋਣੀ ਚਾਹੀਦੀ ਹੈ, ਗਿਵ ਮੀ ਦ ਵਿਜ਼ਡਮ ਸੋ ਦੈਟ ਆਈ ਕੈਨ ਸਰਵ ਦ ਮੈਨਕਾਈਂਡ। ਪਰਮਾਤਮਾ ਮੈਨੂੰ ਐਡੀ ਬੁੱਧੀ ਦੇ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਮਨੁੱਖਤਾ ਦੀ ਸੇਵਾ ਕਰ ਸਕਾਂ। ਮੈਨੂੰ ਇਤਨਾ ਕੁ ਗਿਆਨ ਦੇ, ਇੰਨੀ ਕੁਛ ਗਿਆਨ ਤੋਂ ਬਾਅਦ ਸ਼ਕਤੀ ਦੇ, ਮੈਨੂੰ ਉਹ ਸਭ ਦੇ ਪਰਮਾਤਮਾ, ਤਾਂ ਕਿ ਮੈਂ ਤੇਰੀ ਜ਼ਿਆਦਾ ਤੋਂ ਜ਼ਿਆਦਾ ਸੇਵਾ ਕਰ ਸਕਾਂ। ਇਹ ਇੱਕ ਅਲਾਈਨਡ ਡਿਜ਼ਾਇਰ ਹੈ ਟੂਵਰਡਸ ਦਾ ਮਿਸ਼ਨ। ਸੋ ਬੱਚਾ ਉਸ ਦੇ ਵਿੱਚ ਕਲਾਸ ਵਿੱਚ ਇਤਨੀ ਵੱਡੀ ਅਗਰ ਮਿਸ਼ਨ ਲੈ ਕੇ ਚੱਲਿਆ, ਫਸਟ ਤੇ ਉਹਦੇ ਲਈ ਬਹੁਤ ਛੋਟੀ ਚੀਜ਼ ਹੋ ਜਾਂਦੀ ਹੈ। ਉਹਦੇ ਲਈ ਕਲਾਸ ਦੇ ਵਿੱਚ ਫਸਟ ਹੋ ਸਕਦਾ, ਫਾਈਨਲੀ ਫਸਟ ਨਾ ਆਏ, ਸੈਕਿੰਡ ਆਏ, ਥਰਡ ਆਏ, ਉਹ ਆਪਣੀ ਕੈਪੇਬਿਲਿਟੀ, ਆਪਣੀਆਂ ਐਬਿਲਿਟੀਜ਼ ਦੇ ਹਿਸਾਬ ਨਾਲ ਹੋ ਸਕਦਾ ਪਹਿਲੇ ਵੀ ਉਹਨੇ ਸੈਕਿੰਡ ਥਰਡ ਹੀ ਆਉਣਾ ਹੋਏ। ਉਹ ਜੋ ਆਣਾ ਉਹੀ ਆਏਗਾ, ਪਰ ਉਹਦਾ ਦਿਲ ਜੋ ਹੈ, ਉਹਦੀ ਜੋ ਆਤਮਾ ਕਹਿ ਰਹੀ ਹੈ, ਉਹ ਇਹ ਕਹਿ ਰਹੀ ਹੈ ਪਰਮਾਤਮਾ ਮੈਨੂੰ ਇਸ ਕਾਬਿਲ ਬਣਾ ਕਿ ਮੈਂ ਮਨੁੱਖਤਾ ਦੀ ਜ਼ਿਆਦਾ ਤੋਂ ਜ਼ਿਆਦਾ ਸੇਵਾ ਕਰ ਸਕਾਂ। ਔਰ ਅੱਜ ਦੀ ਤਾਰੀਖ ਵਿੱਚ ਦੁਨੀਆ 'ਚ ਕੀ ਹੋ ਰਿਹਾ ਕਿ ਜੋ ਲੋਕ ਡਿਗਰੀਆਂ ਇਕੱਠੀਆਂ ਕਰਦੇ ਆ, ਉਹ ਇਸ ਕਰਕੇ ਇਕੱਠੀਆਂ ਕਰਦੇ ਆ ਤਾਂ ਕਿ ਬਾਕੀ ਦੀ ਸੋਸਾਇਟੀ ਨੂੰ ਅਸੀਂ ਐਕਸਪਲੋਇਟ ਕਰ ਸਕੀਏ। ਇੱਕ ਤਰ੍ਹਾਂ ਨਾਲ ਵੱਡੀ ਡਿਗਰੀ ਤੋਂ ਬਾਅਦ ਵੱਡਾ ਕਮਾ ਕੇ ਅਗਰ ਮਨ ਵਿੱਚ ਸੇਵਾ ਭਾਵ ਨਹੀਂ ਹੈ ਤਾਂ ਉਹ ਐਕਸਪਲੋਇਟੇਸ਼ਨ ਹੀ ਹੈ। ਅਗਰ ਮਨ 'ਚ ਸੇਵਾ ਭਾਵ ਹੈ ਔਰ ਡਿਸੀਜ਼ਨ ਸਾਰੇ ਸੇਵਾ ਭਾਵ ਨਾਲ ਲਏ ਜਾ ਰਹੇ ਨੇ, ਤੇ ਚਾਹੇ ਕਰੋੜਾਂ ਰੁਪਏ ਤੇ ਬੈਠੇ ਹੋ, ਕੋਈ ਹਰਜ ਨਹੀਂ, ਕੋਈ ਦਿੱਕਤ ਨਹੀਂ ਹੈ। ਬਿਜ਼ਨਸ ਭਾਵ ਮੇਰਾ ਸੇਵਾ ਹੀ ਹੈ, ਔਰ ਉਸ ਤਰ੍ਹਾਂ ਹੀ ਸਾਰੇ ਡਿਸੀਜ਼ਨ ਲਏ ਜਾ ਰਹੇ हैं। ਪੈਸਾ ਜਿਨ੍ਹਾਂ ਕੋਲ ਆਣਾ ਆ ਹੀ ਜਾਏਗਾ, ਪੈਸੇ ਦੀ ਦਿੱਕਤ ਨਹੀਂ ਹੈ। ਉਹ ਵੈਸੇ ਵੀ ਆਏਗਾ ਜਾਂ ਨਹੀਂ ਆਏਗਾ, ਉਹਦੇ ਤੇ ਵੈਸੇ ਵੀ ਕੰਟਰੋਲ ਨਹੀਂ ਹੈ। ਔਰ ਅਗਰ ਮੈਂ ਜ਼ੋਰ ਜ਼ਬਰਦਸਤੀ ਵਾਲੇ ਤਰੀਕੇ ਨਾਲ ਪੈਸਾ ਲਿਆ ਰਿਹਾ ਵਾਂ, ਫਿਰ ਮੈਂ ਮਿਸਅਲਾਈਨਡ ਹੋ ਗਿਆ, ਫਿਰ ਉਹ ਮੈਨੂੰ ਠੀਕ ਡਾਇਰੈਕਸ਼ਨ 'ਚ ਨਹੀਂ ਲੈ ਕੇ ਜਾ ਰਹੇ। ਮੇਰੇ ਡਿਸੀਜ਼ਨਸ ਅਗਰ ਉਹ ਸੇਵਾ ਭਾਵਨਾ ਨਾਲ ਨਹੀਂ, ਔਰ ਸੇਵਾ ਬਹੁਤ ਵੱਡਾ ਵਰਡ ਹੈ। ਅਸੀਂ ਮੋਡਿਊਲ 5, 6, 7 ਦੇ ਵਿਚਕਾਰ ਗੁਰੂ ਦੇ ਦੱਸੇ ਹੋਏ ਮਾਰਗ ਹੀ ਡਿਸਕਸ ਕਰਨਾ। ਸਿਰਫ ਪੂਰੇ 3 ਮੋਡਿਊਲ ਨੇ ਜਿਹਦੇ 'ਚ ਗੁਰੂ ਦਾ ਕੀ ਮਾਰਗ ਹੈ ਅਸੀਂ ਡਿਟੇਲ 'ਚ ਡਿਸਕਸ ਕਰਾਂਗੇ। ਹੁਣ ਇੱਕ ਹੋਰ ਇੱਛਾ, ਹਾਊ ਡੂ ਆਈ ਹੈਵ ਬੈਟਰ ਹਾਊਸ ਦੈਨ ਨੇਬਰ। ਮੇਰਾ ਮਕਾਨ ਪੜੋਸੀ ਦੇ ਮਕਾਨ ਨਾਲੋਂ ਬੈਟਰ ਕਿਵੇਂ ਹੋਏ? ਇਹ ਤੇ ਮਿਸਅਲਾਈਨਡ ਡਿਜ਼ਾਇਰ ਹੈ ਨਾ। ਇਹ ਧਿਆਨ ਕਿੱਧਰ ਨੂੰ ਜਾ ਰਿਹਾ? ਕੋਈ ਸੇਵਾ ਵਾਲੀ ਤੇ ਕੋਈ ਭਾਵਨਾ ਨਹੀਂ ਹੈ। ਗੋਡ ਕੀਪ ਮੀ ਦਾ ਵੇ ਯੂ ਲਾਈਕ। ਜਿਸ ਤਰ੍ਹਾਂ ਪਰਮਾਤਮਾ ਰੱਖਣਾ ਚਾਹੁੰਦਾ ਤੂੰ ਰੱਖ ਲੈ, ਪਰ ਇੰਨਾ ਕੁ ਕੋਸ਼ਿਸ਼ ਕਰੀ ਪਰਮਾਤਮਾ ਮੈਂ ਜਿੱਥੇ ਵੀ ਰਵਾਂ, ਝੋਪੜੀ 'ਚ ਰਹਾਂ ਜਾਂ ਮਹਿਲ 'ਚ ਰਵਾਂ ਤੇਰੇ ਨਜ਼ਦੀਕ, ਤੇਰੇ ਦਿਲ ਦੇ ਨਜ਼ਦੀਕ ਰਹਾਂ, ਤੇਰੀ ਕਿਰਪਾ ਦੇ ਨਜ਼ਦੀਕ ਰਵਾਂ। ਕਿਉਂਕਿ ਹੁਣ ਗੱਲ ਰਹਿਣ ਦੀ ਹੋ ਰਹੀ ਹੈ। ਹੁਣ ਗੱਲ ਜਦੋਂ ਰਹਿਣ ਦੀ ਹੋ ਰਹੀ ਹੈ ਤੇ ਇਨਸਾਨ ਨੇ ਰਹਿਣਾ ਇਹ ਵਾਲਾ ਮਕਾਨ ਤੇ ਛੱਡ ਜਾਣਾ ਨਾ। ਤੇ ਚਾਹੇ ਪਰਮਾਤਮਾ ਕੋਠੀ ਦੇਵੇ, ਮਹਿਲ ਦੇਵੇ, ਝੋਪੜੀ ਦੇਵੇ, ਰਵਾਂ ਪਰਮਾਤਮਾ ਮੈਂ ਤੇਰੇ ਨਜ਼ਦੀਕ। ਸੋ ਉਸ ਭਾਵਨਾ ਨਾਲ ਮੈਂ ਮੰਗ ਲਵਾਂ, ਉਸ ਭਾਵਨਾ ਨਾਲ ਮੇਰੀ ਡਿਜ਼ਾਇਰ ਹੋ ਜਾਏ, ਕੋਈ ਹਰਜ ਨਹੀਂ ਹੈ। ਇਸ ਕਰਕੇ ਸਾਨੂੰ ਇਹ ਦੇਖਣਾ ਹੁੰਦਾ ਹੈ ਕਿ ਜੋ ਅਸੀਂ ਆਪਣੀਆਂ ਡਿਜ਼ਾਇਰਸ ਰੱਖ ਰਹੇ ਹਾਂ, ਆਰ ਦੇ ਮਿਸਅਲਾਈਨਡ ਡਿਜ਼ਾਇਰਸ ਵਿਦ ਦ ਮਿਸ਼ਨ ਔਰ ਦੇ ਆਰ ਟੂਵਰਡਸ ਮਿਸ਼ਨ। ਮੈਂ ਮਿਸ਼ਨ ਦੀ ਡਾਇਰੈਕਸ਼ਨ 'ਚ ਜਾ ਹੀ ਕਿੱਥੇ ਰਿਹਾ? ਮਿਸ਼ਨ ਤੇ ਸੈੱਟ ਕਰ ਲਿੱਤਾ ਕਿ ਸਚਿਆਰਾ ਹੋਈ ਹੈ, ਉਸ ਤੋਂ ਬਾਅਦ ਤੇ ਅਸੀਂ ਭੁੱਲ ਗਏ। ਫਿਰ ਤੇ ਮੇਰੀ ਰੋਜ਼ ਦੀਆਂ ਜੋ ਡਿਜ਼ਾਇਰ ਹੈ ਉਹ ਲਿਸਟ ਖਤਮ ਹੀ ਨਹੀਂ ਹੋ ਰਹੀ। ਕਿਸੇ ਨੇ ਪੁੱਛਿਆ ਵੀ ਕੋਈ ਘਰ ਦੇ ਵਿੱਚ ਬਿਮਾਰ ਹੈ ਔਰ ਕੀ ਗੁਰੂ ਸਾਹਿਬ ਜਾਂ ਪਰਮਾਤਮਾ ਨੂੰ ਇਹ ਇੱਛਾ ਕਰਨਾ ਕਿ ਪਰਮਾਤਮਾ ਇਹਨਾਂ ਨੂੰ ਚੰਗੀ ਸਿਹਤ ਦਿਓ ਗਲਤ ਹੈ? ਇਹ ਕਿਸ ਹਿਸਾਬ ਨਾਲ ਗਲਤ ਹੈ? ਇਹ ਤੇ ਇੱਕ ਸੇਵਾ ਹੈ। ਪਰਮਾਤਮਾ ਤੇਰੇ ਜੀਵਾਂ ਦੀ ਸੇਵਾ ਵਾਸਤੇ ਹੀ ਜੋ ਕਰ ਰਿਹਾ ਨਾ। ਅਗਰ ਕਿਸੇ ਦੀ ਚੰਗੀ ਸਿਹਤ ਦੇ ਲਈ ਤੁਸੀਂ ਪਰਮਾਤਮਾ ਨੂੰ ਮੰਗ ਰਹੇ ਹੋ, ਤੇ ਪਰਮਾਤਮਾ ਜੇ ਅਸੀਂ ਕਹਿ ਰਹੇ ਹਾਂ ਕਿ ਸਰਵਿਸ ਟੂ ਹਿਊਮੈਨਿਟੀ, ਦਿਸ ਇਜ਼ ਆਲਸੋ ਸਰਵਿਸ ਟੂ ਹਿਊਮੈਨਿਟੀ। ਸੋ ਇਸ ਤਰ੍ਹਾਂ ਦੀ ਮੰਗ ਵਿੱਚ ਵੀ ਕੋਈ ਗਲਤੀ ਨਹੀਂ ਹੈ, ਪਰ ਇਸ ਦੀ ਮੰਗ ਮੰਗਣੀ ਕਿ ਪਰਮਾਤਮਾ ਸਾਡੇ ਘਰ ਮੁੰਡਾ ਹੀ ਹੋਏ ਜਾਂ ਕੁੜੀ ਹੀ ਹੋਏ, ਉਹਦੇ 'ਚ ਪਰਮਾਤਮਾ ਦੀ ਸੇਵਾ ਨਾਲ ਕੀ ਲੈਣਾ ਦੇਣਾ, ਤੇ ਉਹ ਗਲਤ ਹੋ ਜਾਂਦਾ। ਸੋ ਵੀ ਕੈਨ ਟੈਸਟ ਇਟ ਕਿ ਅਗਰ ਉਹ ਸੇਵਾ ਭਾਵਨਾ ਆ ਰਹੀ ਹੈ ਉਹਦੇ ਪਿੱਛੇ, ਤੇ ਕੋਈ ਵੀ ਡਿਮਾਂਡ ਗਲਤ ਨਹੀਂ ਹੈ, ਕੋਈ ਵੀ ਡਿਜ਼ਾਇਰ ਗਲਤ ਨਹੀਂ ਹੈ। ਔਰ ਡਿਜ਼ਾਇਰ ਤੋਂ ਬਾਅਦ ਫਾਈਨਲੀ ਮਿਲੇਗੀ ਜਾਂ ਨਹੀਂ ਮਿਲੇਗੀ, ਉਸ ਤੇ ਗਿਲਾ ਸ਼ਿਕਵਾ ਕਰਨਾ ਗਲਤ ਹੈ, ਕਿਉਂਕਿ ਉਹ ਪਰਮਾਤਮਾ ਜੱਜ ਕਰੇਗਾ ਇਹ ਡਿਮਾਂਡ ਜੋ ਇਹਨੇ ਮੰਗੀ ਹੈ, ਇਹਦੇ ਲਈ ਲੌਂਗ ਰਨ ਵਿੱਚ ਠੀਕ ਵੀ ਹੈ ਕਿ ਨਹੀਂ ਹੈ। ਉਹ ਪਰਮਾਤਮਾ ਡਿਸਾਈਡ ਕਰੇਗਾ। ਲੈਟ ਹਿਮ ਡਿਸਾਈਡ। ਔਰ ਸਾਨੂੰ ਜੀ ਸਦਕੇ ਜੋ ਅਸੀਂ ਜੋ ਮੰਗਣ ਗਏ ਅਸੀਂ ਇਹ ਵਿਸ਼ਵਾਸ ਨਾਲ ਜਾਈਏ
कि परमात्मा जो तू देगा सानू ठीक है, जो सुख दे ता तुझे राधी, दुख भी तुझे ध्याई, जे भुख दे ता इथी राजा, दुख विच सुख मनाई। परमात्मा मैनू कोई भी गिला शिकवा नहीं एंड रिजल्ट दा। डिजायर है ते डिजायर अलाइनमेंट है उदा मिशन दे नाल, अदरवाइज कोई भी डिजायर रखना गलत नहीं है, और कोई डिजायर रखना भी गलत हो सकता तो छोटी अगर वो मिशन दी डायरैक्शन दे विच नहीं है। हुण असीं लैंदे हां दूसरा पक्ष, असीं नतीजे नूं मुख रख के काम करदे हां, सही मार्ग नूं नहीं। पहला तो असीं साडीआं जो डिजायर है वही गलत हो गई सी। हुण डिजायर ते है पर साडी डिजायर ठीक भी है, ये भी मान लिया, चलो ठीक डिजायर भी रख ली। हुण मैनूं किसी भी तरह मिलना चाहिए, असीं मार्ग तो ही भटक जांदे हां। असीं इहनूं अज दे मॉडर्न कॉन्सैप्ट विच समझण दी कोशिश करदे हां। ਉਹਦਾ ਇੱਕ ABC मॉडल है जो कि आजकल पढ़ाया जाता है। वो कहता है कि इंसान जो है, मनुख है, वो कॉन्सिक्वेंस ड्रिवन होंगे ने, मतलब वो परिणाम नाल प्रभावित होंगे ने, नतीजे नाल प्रभावित हो जाते हैं। और असी सब जानते हैं, असी सब ही हो जाते हैं। इस मॉडल नूं असी समझिए की कह रहे हैं। एक तो ABC का मतलब है एंटीसीडेंट, B इज बिहेवियर एंड C इज कॉन्सिक्वेंस। एंटीसीडेंट मतलब वो सब चीज़ां जो मैनू अपने बिहेवियर, जो मैं एक्शन लैन जा रहा उस तो पहला पता नहीं, उहदे विच ठीक रस्ता की है वो भी पता है, ठीक स्टैप्स की है मैनू वो भी पता नहीं। और फिर है मेरा बिहेवियर, और बिहेवियर तो बाद जो सामने रिजल्ट आ रहा वो है कॉन्सिक्वेंस, मतलब जो मैं एक्शन लिया उसका जो रिजल्ट आ रहा वो कॉन्सिक्वेंस है। तो लोग एंटीसीडेंट वाल, या कि जो कि मैनू पहले तो पता है कि यही ठीक स्टैप है, वो पता होंदे होए भी असीं उन्नू इग्नोर करते हैं क्योंकि मैनू किसी भी हालत दे विच रिजल्ट चाहिए। और इनू असीं थोड़ा जिहा होर समझिए। एंटीसीडेंट इज सिचुएशन एंड द करैक्ट पाथ। मेरे अगे एक सिचुएशन आई और उसका करैक्ट पाथ की है वो भी मैनू पता है। बिहेवियर इज माई एक्शंस, एंड जो कॉन्सिक्वेंस है एंड रिजल्ट ऑफ द एक्शंस, ये तीन चीजें। जो पहली चीज है एंटीसीडेंट, दैट शुड बी गाइडेड बाय वैल्यूज, कि जिहड़े साडे जीवन मुल ने जो गुरु साहब ने सानू दिते हैं, उहदे नाल असीं गाइडेंस लैके उस रस्ते तो ना भटकीए। जिहड़ा मेरा बिहेवियर है वो वैल्यूज नूं छोड़ दिंदा, जिहड़ा मेरा माइंड सैट है उहदे च कुछ वैल्यूज ने, कुछ वैल्यूज नहीं ने। सो हर एक दा माइंड सैट वखरा होएगा। उस माइंडसैट में 30% वैल्यू बेस्ड होएगा, 70% मेरे कॉन्सिक्वेंस मिलने चाहिए हो सकता है। या फिर ये भी हो सकता है 100% वैल्यू बेस्ड रिजल्ट आए या ना आए, मैं वैल्यू नाल कॉम्प्रोमाइज नहीं कर सकता। जदों कि जो एंड रिजल्ट है वो फाइनली डिवाइन विल ही है। और डिवाइन विल कई बार असीं ये भी कह सकते हैं, जो मैनू परमात्मा ने फ्री विल दिती सी, उहदे च डिवाइन विल मैनिपुलेशन दी जितनी को भी कह सकते हैं कि साडी सी, जितनी मेरी चल रही सी असीं चला भी लई। और ये अज दी जो डिवाइन विल सानू मिली है, दिस इज नॉट द एक्चुअल एंड रिजल्ट। वो पूरा जिहड़ा एंड रिजल्ट है उहदे रिजल्ट इक्को दिन आने हैं, वो एंड रिजल्ट पूरे फाइनल सब अगले पिछले बराबर होके एंड रिजल्ट आना है। सो इस टाइम ते एक छोटा जिहा असीं कर लिया, पर जिहड़ा फाइनल एंड रिजल्ट है उहदे ते साडा कंट्रोल नहीं। चलो असीं नूं फर्दर देखने की कोशिश करते हैं। सो ये बेसिकली जो मैं थोड़ा जा फिर वापस जावांगा, सानू किस चीज का ध्यान रखना है। असीं दो चीज़ां लईआं सी। एक तो कि मेरियां जो डिजायर्स होण वो मिशन दे नाल अलाइंड होण। एक बार मिशन दे नाल अलाइंड हो जाण, फिर मैनू वो हर हालत विच वो चीज़ चाहिदी है, उहदे भी असीं मगर ना पै जाइए, फिर असीं ठीक रस्ते ते तुर पईए। और यही साडा जीवन का मार्ग है, सच्चो और सब ऊपर सच आचार। कहते ये ते परमात्मा तो भी उत्ते रख के चले हैं कि जे असी ठीक मार्ग ते तुरदे रहिए, पर सच आचार उसनू परमात्मा तो भी उत्ते रखा, क्योंकि परमात्मा दे मायने ही खत्म हो जाते हैं अगर मेरा सच्चा आचार या सच्चा जीवन नहीं है। प्लीज म्यूट योरसेल्फ। कितने म्यूट करने की लोड़ है, पीछे आवाज आ रही है। सुखदीप जी जरा अनम्यूट कर लो। म्यूट कर लो।
हाँ जी, चलो इस टाइम नहीं आ रही आवाज़, तो ਅਸੀਂ ਪ੍ਰੋਸੀਡ ਕਰਦੇ ਹਾਂ। ਸੋ ਇਹ ਦੋ ਕਾਰਨ ਸਨ ਜਿੱਥੇ ਅਸੀਂ ਦੇਖਿਆ ਕਿ ਅਸੀਂ ਭਟਕ ਸਕਦੇ ਹਾਂ, ਔਰ ਅਲਟੀਮੇਟਲੀ ਸਾਨੂੰ ਆਪਣੇ ਮਾਰਗ ਦੇ ਵਿੱਚ ਜੇ ਅਗਰ ਤੁਰਦੇ ਰਹਿਣਾ ਹੈ ਤੇ ਜਿਵੇਂ ਕਬੀਰ ਸਾਹਿਬ ਨੇ ਵੀ ਕਿਹਾ, ਸਵਰਗ ਨਰਕ ਤੇ ਮੈਂ ਰਿਓ ਸਤਿਗੁਰੂ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮੇ ਰਹੂੰ ਅੰਤੋ ਰਾਜ। ਮਤਲਬ ਮੈਂ ਤੇ ਹੁਣ ਚਰਨ ਕਮਲ ਦੀ ਮੌਜ, ਮਤਲਬ ਮੈਂ ਰਸਤੇ ਦੀ ਮਜ਼ੇ ਲੈ ਰਿਹਾ, ਹੁਣ ਮੈਨੂੰ ਸਵਰਗ ਮਿਲੇਗਾ ਨਰਕ ਮਿਲੇਗਾ ਉਹਦੀ ਮੈਨੂੰ ਕੋਈ ਚਿੰਤਾ ਹੈ ਹੀ ਨਹੀਂ। ਸਾਨੂੰ ਹੁਣ ਪੂਰੀ ਗਹਿਰਾਈ ਵਿੱਚ ਸਮਝਣਾ ਹੈ ਕਿ ਸਾਡੀਆਂ ਅਸੀਂ ਇੱਕ ਮਿਸ਼ਨ ਸੈੱਟ ਕੀਤਾ। ਮਿਸ਼ਨ ਪਾਣਾ ਜਾਂ ਨਾ ਪਾਣਾ ਜ਼ਰੂਰੀ ਨਹੀਂ ਹੈ, ਮਿਸ਼ਨ ਦੀ ਡਾਇਰੈਕਸ਼ਨ ਦੇ ਵਿੱਚ ਜਾਣਾ ਜ਼ਰੂਰੀ ਹੈ। ਬਾਰ ਬਾਰ ਗੁਰੂ ਸਾਹਿਬ ਇੱਕ ਚੀਜ਼ ਸਮਝਾ ਰਹੇ ਹਨ ਕਿ ਕੈਚ ਅਪ ਵਿਦ ਦ ਰਾਈਟ ਡਾਇਰੈਕਸ਼ਨ ਐਂਡ ਆਲ ਯੂਰ ਐਕਸ਼ਨਸ ਸ਼ੁੱਡ ਬੀ ਕਰੈਕਟ, irrespective of the fact whether we will reach there or we will not reach there. If we are consequence driven, then we might get away from the path. काहू फल की इच्छा नहीं बाचे, मैनू फल मिलना चाहिए इहदी इच्छा नहीं है, फल है, फल मिलण दी इच्छा है वो नहीं है। फल रखा होया है, वो डायरेक्शन ली रखा होया, क्योंकि मैनू डायरेक्शन की पकड़नी है, बिना मैनू सामने टारगेट रखे मेरी डायरेक्शन नहीं आ सकती। अगर मैनू अपने शहर तो किसी होर शहर जाना है, मैनू शहर सामने रखना पेगा, फिर वो डायरेक्शन में पकड़ना, बस उतना ही जरूरी है। सो ये बार बार एक तरह नाल चीज़ समझाई गई है बाणी विचकार, और सानू बाकी अज दी मॉडर्न साइंस भी यही समझा रही है कि ये बहुत ज़्यादा जरूरी हैं चीज़ां। सो एक क्वेश्चन आंदा, सानू इच्छावां ते काबू रखना कदों शुरू करना चाहिए? व्हेन शुड वी स्टार्ट एक्सरसाइजिंग कंट्रोल ऑन डिजायर? देखो डिजायर्स से दोनों तरह दी आणगियां, अलाइंड भी आणगियां, मिस अलाइंड डिजायर्स भी सामने आणगियां। कुछ डिजायर्स आणगियां ਜਿਹੜੀਆਂ ਸਾਡੀਆਂ ਸਮਰੂਪ ਹਨ, ਜਿਹੜੀਆਂ ਸਾਨੂੰ ਕਿ ਸੱਚਿਆਰਾ ਹੋਈਏ ਦੇ ਮਾਰਗ ਤੇ ਲਿਜਾ ਰਹੀਆਂ, ਔਰ ਕੁਝ ਇੱਛਾਵਾਂ ਐਸੀਆਂ ਵੀ ਆਣਗੀਆਂ ਜਿਨ੍ਹਾਂ ਤੇ ਸਾਨੂੰ ਕੰਟਰੋਲ ਕਰਨਾ ਸਿੱਖਣਾ ਪਏਗਾ। ਔਰ ਬਾਣੀ ਚ ਉਹਦੇ ਅਨੇਕਾਂ ਬੇਅੰਤ ਸ਼ਬਦ ਵੀ ਹਨ, ਬੇਅੰਤ ਨਹੀਂ ਅਨੇਕਾਂ ਸ਼ਬਦ ਹਨ, ਬੇਅੰਤ ਵਰਡ ਤੇ ਇੱਥੇ ਨਹੀਂ ਚੱਲੇਗਾ, ਉਹਦੇ ਚ ਅਨੇਕਾਂ ਸ਼ਬਦ ਵੀ ਹਨ, ਔਰ ਅਸੀਂ ਡਿਟੇਲ ਚ ਅੱਗੇ ਚੱਲ ਕੇ ਡਿਸਕਸ ਵੀ ਕਰਾਂਗੇ ਕਿ ਸਾਨੂੰ ਕਦੋਂ ਕੰਟਰੋਲ ਕਰਨਾ ਚਾਹੀਦਾ। गुरु साहब का एक फरमान है, 12 बरस बालपन बीते, 20 बरस कछ तप न कियो, 30 बरस कछ देव न पूजा, फिर पछताना बिरद पियो। कहते 12 ईयर्स पास इन चाइल्डहुड, ये उम्र है तुसी समझाओगे भी तो उन्होंने ये स्पिरिचुअल वर्ल्ड ਦੀਆਂ ਗੱਲਾਂ ਆਮ ਬੱਚੇ ਨੂੰ ਸਮਝ ਨਹੀਂ ਆਣਗੀਆਂ। मैं गुरु नानक साहब की गल नहीं कर रहा या गुरु हरकिशन पातशाह साहब की गल नहीं कर रहा। एक आम बच्चे ਨੂੰ 12 साल की उम्र तक अगर आध्यात्मिक तौर पर अलाइनमेंट ऑफ डिजायर्स ये वो पाठ सिखा दोगे, पाठ याद कर लेगा, थोड़े बहुत मतलब समझ आ जाएंगे, पर वो अवस्था अजे भी 12 छोटी है। हुण जदों 13 साल टीन एज शुरू होंदी है तो विजडम एक नवा जंप लैंदी है। गुरु साहब ने बड़े सोहने एज ग्रुप डिसाइड किए। 13 इज द टीन एज व्हेन इट स्टार्ट्स। सो कहते 12 बरस बालपन बीते, 20 बरस कछ तप ना किया। हुण 13 साल तो लैके 32 साल की उम्र तक एक तप करना पैंदा है, और ये तप है साडियां डिजायर्स से कंट्रोल रखण दा और गुरु साहब दे मार्ग नूं समझण दा। ये तप कोई वनां विच जाके करना तप नहीं है। ये तप दो तरह दे ने, एक ते गुरु साहब दा दस्सिया मार्ग समझना और फिर अपनियां डिजायर्स से कंट्रोल करना। सो अगले 20 वर्ष इहदे विच चाहीदे ने पूरी तरह। ਹੁਣ 32 ਸਾਲ ਚ ਆ ਕੇ ਬੰਦਾ ਇਸ ਅਵਸਥਾ ਚ ਹੁੰਦਾ ਜਿੱਥੇ ਪੂਰੀ ਤਰ੍ਹਾਂ ਸੇਵਾ ਤੇ ਵੈਸੇ ਕਦੀ ਵੀ ਲੱਗ ਸਕਦੇ ਆ। ਹੁਣ ਉਹਦੇ ਕੋਲ ਫਾਈਨੈਂਸ਼ੀਅਲ ਵੀ ਕਿਸੇ ਤਰ੍ਹਾਂ ਨਾਲ ਉਹ ਸਪੋਰਟ ਕਰ ਸਕਦਾ, ਲੋਕਾਂ ਨੂੰ ਕੁਝ ਦਸਵੰਦ ਕਰ ਸਕਦਾ। 30 ਬਰਸ ਕਛ ਦੇਵ ਨਾ ਪੂਜਾ, ਇੱਥੇ ਦੇਵ ਪੂਜਣ ਨਾਲ ਮਤਲਬ ਹੈ ਉਸ ਪਰਮਾਤਮਾ ਦੀ ਕ੍ਰੀਏਸ਼ਨ ਦੀ ਸੇਵਾ ਕਰਨਾ। ਫਿਰ ਪਛਤਾਨਾ ਬਿਰਦ ਪਿਓ, ਫਿਰ ਹੁਣ ਲੱਗਿਆ ਕਿ ਜ਼ਿੰਦਗੀ ਦੇ ਕਿੰਨੇ ਸਾਰੇ ਸਾਲ ਅਸੀਂ ਗਵਾ ਦਿੱਤੇ ਹਨ, और हुण जो सेवा का टाइम आ गया, हुण शरीर साथ ही नहीं देता। तो एक तरह नाल करीब करीब 30 + 20 + जो भी 12 असी कह लीए 62 कुछ साल तक आंदे आंदे अगर हुण होश आया तो जितना वड्डा सेवा का सानू मौका मिलिया सी, असी जिवें भर जिस जवानी की उम्र में सेवा वाल लग सकते सी, असी अपनियां डिजायर्स के पिछे ही दौड़ते रहे। और वो डिजायर्स मैक्सीमम 20 साल वाली एज है, जिहड़े टीन एज तो शुरू होंदी है। और टीनेज के विचकार की है कि जो डिजायर्स है ना वो बहुत डेंजरस रूप ले सकती हैं अगर टीनेज विच ना कंट्रोल किया जाए। तां ही उन्होंने 12 तो बाद ही अलर्ट कर दिता है
ਸੋ ਬੈਸਟ ਪੀਰੀਅਡ ਟੂ ਐਕਸਰਸਾਈਜ਼ ਕੰਟਰੋਲ ਇਜ਼ ਟੀਨੇਜ ਔਨਵਰਡਸ, ਕਿਉਂਕਿ ਤਾਂ ਨਵੀਂ ਸਾਡੇ ਅੱਗੇ ਦੁਨੀਆ ਖੁੱਲ ਰਹੀ ਹੁੰਦੀ ਹੈ। ਅਸੀਂ ਬਹੁਤ ਕੁਝ ਸਿੱਖ ਰਹੇ ਹੁੰਦੇ ਹਾਂ, ਬਹੁਤ ਗਿਆਨ ਪ੍ਰਾਪਤ ਕਰ ਰਹੇ ਹੁੰਦੇ ਹਾਂ, ਅਸੀਂ ਬੜਾ ਚੈਲੰਜ ਕਰਨ ਲੱਗ ਜਾਂਦੇ ਹਾਂ, ਡਿਜ਼ਾਇਰ ਸਡਨਲੀ ਬੜੀਆਂ ਮਲਟੀਪਲਾਈ ਹੋ ਜਾਂਦੀਆਂ, ਬੱਚੇ ਬੜੇ ਡਿਮਾਂਡਿੰਗ ਹੋ ਜਾਂਦੇ ਆ ਪੇਰੈਂਟਸ ਦੇ ਅੱਗੇ, ਔਰ ਬਹੁਤ ਕੁਝ ਚੱਲ ਰਿਹਾ। ਮਤਲਬ ਉਹ ਇੱਕ ਆਪਣੇ ਆਪ 'ਚ ਇੱਕ ਬੜਾ ਵੱਡਾ ਟੌਪਿਕ ਹੈ, ਔਰ ਉਹ ਚਲਦੇ ਰੁਕਦੇ ਨਹੀਂ ਹੈ। ਫਿਰ ਕਿਤੇ 32-33 ਤੇ ਜਾ ਕੇ ਥੋੜੀ ਜਿਹੀ ਹੋਸ਼ ਸੰਭਾਲਦੇ ਆ ਕਿ ਹੁਣ ਕਿਤੇ ਨਾ ਕਿਤੇ ਸ਼ਾਇਦ ਕੁਝ ਚੰਗੀਆਂ ਗੱਲਾਂ, ਮਾੜੀਆਂ ਗੱਲਾਂ, ਫਿਰ WhatsApp ਦੇ ਮੈਸੇਜ ਵੀ ਪਾਉਂਦੇ ਆ ਬੜੇ ਉਸ ਉਮਰ 'ਚ ਕਿ ਇਹ ਕਰੋ, ਇਹ ਨਾ ਕਰੋ, ਬੜੀ ਸੋਹਣੀਆਂ ਸਿੱਖਿਆਵਾਂ ਦੇਣ ਲੱਗ ਜਾਂਦੇ ਆ। ਸੋ ਉਹ ਉਸ ਤੋਂ ਬਾਅਦ ਦੀ ਸੇਵਾ, ਅਜੇ ਸੇਵਾ ਪ੍ਰਵਾਨ ਹੋਏਗੀ ਜਾਂ ਨਹੀਂ ਹੋਏਗੀ, ਕਿੰਨੂੰ ਕੋਈ ਸੇਵਾ ਕਰ ਰਹੇ ਹਾਂ, ਕਿਤਨਾ ਕੁ ਅਸੀਂ ਪਹਿਲੇ 20 ਵਰਸ਼ ਤਪ ਕੀਤਾ, ਉਹਦੇ ਤੇ ਡਿਪੈਂਡ ਕਰੇਗਾ। ਤੇ ਸਾਨੂੰ ਜੋ ਡਿਜ਼ਾਇਰਸ ਹੈ ਉਹ ਐਜ਼ अर्ਲੀ ਐਜ਼ ਪੋਸੀਬਲ, ਬਟ ਡੈਫੀਨੇਟਲੀ ਐਟ ਦ ਸਟਾਰਟ ਆਫ ਟੀਨ ਏਜ ਵੀ ਸ਼ੁੱਡ ਬੀ ਵੈਰੀ ਅਲਰਟ ਕਿ ਅਸੀਂ ਕਿਸ ਤਰ੍ਹਾਂ ਦੀ ਕੰਪਨੀ ਵਿੱਚ ਹਾਂ, ਕਿਸ ਤਰ੍ਹਾਂ ਦੇ ਲੋਕਾਂ 'ਚ ਵਿਚਰ ਰਹੇ ਹਾਂ, ਉਹਨਾਂ ਦੀਆਂ ਕੀ ਡਿਜ਼ਾਇਰਸ ਹੈ, ਉਹਨਾਂ ਤੋਂ ਅਸੀਂ ਕੀ ਸਿੱਖ ਰਹੇ ਹਾਂ, ਅਸੀਂ ਸਾਡਾ ਮਿਸ਼ਨ ਕੀ ਹੈ, ਸਾਨੂੰ ਕਿਸ ਡਾਇਰੈਕਸ਼ਨ ਵਿੱਚ ਜਾਣਾ ਹੈ, ਕਿਹੜੀਆਂ ਚੀਜ਼ਾਂ ਸਾਨੂੰ ਗਲਤ ਰਾਹ ਤੇ ਪਾ ਸਕਦੀਆਂ ਹਨ, ਕਿਹੜੀਆਂ ਚੀਜ਼ਾਂ ਸਾਨੂੰ ਤਹਿਸ ਨਹਿਸ ਕਰ ਸਕਦੀਆਂ ਹਨ। ਇੱਕ ਬੱਚੇ ਨਾਲ ਇਹ ਡਿਸਕਸ ਕਰਕੇ ਸਮਝਾਉਣਾ, ਵਿਚਾਰ ਕਰਨਾ ਬਹੁਤ ਜ਼ਰੂਰੀ ਹੈ। ਸੋ ਜਿੱਥੇ ਅਸੀਂ ਡਿਜ਼ਾਇਰਸ ਦੀ ਗੱਲ ਕਰ ਰਹੇ ਸੀ, ਉੱਥੇ ਗੁਰੂ ਸਾਹਿਬ ਡਿਜ਼ਾਇਰਸ ਦੇ ਕੰਟਰੋਲ ਦੀ ਵੀ ਗੱਲ ਕਰਦੇ। ਇੱਕ ਚੀਜ਼ ਹੋਰ ਹੈ ਡਿਜ਼ਾਇਰ ਕੰਟਰੋਲ ਦੇ ਬਾਰੇ, ਜੋ ਇੱਕ ਪਰਟੀਕੂਲਰ ਚੀਜ਼ ਹੈ ਜਿਹਨੂੰ ਹਮੇਸ਼ਾ ਕਿਸੇ ਵੀ ਏਜ ਵਿੱਚ ਨਹੀਂ ਭੁੱਲਣਾ ਚਾਹੀਦਾ। ਉਹ ਇਹ ਹੈ ਕਿ ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛੋਤਾਈ। Do not take the first step that you will regret in the end. कुछ बैकग्राउंड नॉइस है, कंट्रोल किया जाए। So do not take the first step in that direction which you will regret in the end. ਉਹਦੇ ਨਾਲ ਤੁਹਾਨੂੰ ਬਾਅਦ ਚ ਪਛਤਾਵਾ। ਔਰ ਉਹਦਾ ਕਾਰਨ ਕੀ ਹੈ ਕਿ ਅਗਰ ਮੈਂ ਅੱਜ ਇੱਕ ਡਿਜ਼ਾਇਰ ਨੂੰ ਕੰਟਰੋਲ ਲਗਾ ਕੇ ਦੇਖਦੀ ਜਾਂਦੀ ਕਿ ਕਦੋਂ ਇਹਦੀ ਸਪੀਡ ਖਤਮ ਹੋਈ, ਉਹਦੇ ਨਾਲ 10 ਡਿਜ਼ਾਇਰ ਪੈਦਾ ਹੋਣਗੀਆਂ ਨਵੀਆਂ, ਫਿਰ ਮੈਨੂੰ ਕੱਲ 10 ਨੂੰ ਕੰਟਰੋਲ ਕਰਨਾ ਪਏਗਾ। ਔਰ ਅਗਰ ਮੈਂ 10 ਨੂੰ ਨਾ ਕੰਟਰੋਲ ਕੀਤਾ, ਫਿਰ 100 ਪੈਦਾ ਹੋਣਗੀਆਂ, ਫਿਰ ਮੈਨੂੰ 100 ਨੂੰ ਕੰਟਰੋਲ ਕਰਨਾ ਪਏਗਾ। ਤੇ ਅਗਰ ਮੈਂ ਇੱਕ ਡਿਜ਼ਾਇਰ ਨੂੰ ਹੀ ਨਹੀਂ ਕੰਟਰੋਲ ਕਰ ਪਾਇਆ ਸੀ, ਤੇ ਮੈਂ 100 ਡਿਜ਼ਾਇਰਸ ਨੂੰ ਕਿੱਥੇ ਕੰਟਰੋਲ ਕਰ ਪਾਵਾਂਗਾ। ਇਸ ਕਰਕੇ ਐਸਾ ਕੰਮ ਮੂਲੇ ਨਾ ਕੀਚੇ, ਉਹਨੂੰ ਤੇ ਸਟੈਪ 1 ਤੇ ਹੀ ਰੁਕ ਜਾਓ। ਮੈਂ ਬੰਦ ਕਰ ਦੇ, ਮੈਂ ਕਰ Learn to say no at the first stage when desire has evolved that does not take us towards the truth. ਅਗਰ ਮੇਰੇ ਮਿਸ਼ਨ ਦੇ ਨਾਲ ਕਿੱਥੇ ਵੀ ਉਹ ਮੈਚ ਨਹੀਂ ਖਾਂਦੀ, ਤੇ ਮੈਨੂੰ ਸਟੈਪ 1 ਤੇ ਰੁਕਣਾ ਹੀ ਬੈਟਰ ਹੈ। One desire can lead to multiple desires, and then ਉਸ ਤੋਂ ਬਾਅਦ ਅਸੀਂ ਫਿਨੋਮੀਨਾ ਰੁਕਦਾ ਹੀ ਨਹੀਂ ਹੈ। तो बेंजामिन फ्रैंकलिन है, बेंजामिन फ्रैंकलिन जो है वो पेनसिल्वेनिया के गवर्नर रहे हैं अमेरिका के, बड़े मशहूर। इन्होंने बड़िया चीज़ां इन्वेंट भी कीतियां, ईवन इलैक्ट्रिसिटी के उत्ते, बाईफोकल लेंस के उत्ते बहुत ही लर्नड बंदे रहे हैं। ये कहते सी इट इज़ ईजियर टू सप्रेस द फर्स्ट डिजायर दैन टू सैटिस्फाई ऑल दैट फॉलो इट। पहली डिजायर नूं सप्रेस करना आसान है, क्योंकि उस तो बाद जिहड़ियां नवीं डिजायर सामने आउणगियां वो तुहाडे लई बहुत औखा हो जाएगा सप्रेस करना। और वही गल गुरु साहब भी उपर बाणी च भी कह रहे हैं, जो मैं वैसे कई बार मॉडर्न व्यूज नाल लैके चलदा, तो मैं क्या रेफरेंस देना भी अच्छा रेफरेंस है कि ऐसा काम मूले ना कीचे जित अंत पछोताई है। और 12 बरस बालपन बीते, वो भी उन्होंने क्लियर किया है। वैसे तो किसी एज विच भी अपने ते कंट्रोल करो, बट टीनेज के बिगनिंग तो ही बहुत ज़्यादा इंसान नूं अपने ते डिजायर से उन्होंने ठीक डिजायर्स रखना बड़ी अच्छी गल है। और गलत डिजायर्स है, फिर डिजायर्स एक नहीं, दो नहीं, हज़ारां पैदा होंदियां, लखां होंदियां, और फिर वो कंट्रोल तो पार चलियां जांदियां। इच्छावां इंसान नूं अगर काबू करना शुरू कर दियां हन, ते ये कह सकते हैं डिजायर स्टार्ट कंट्रोलिंग मैन, तां इफ मैन डजंट कंट्रोल दैम। ते हुंदा की है कि असी इच्छावां नूं फिर कंट्रोल नहीं कर रहे हुंदे, फिर इच्छावां सानूं कंट्रोल कर रही होंदियां। असी ये सोचते हैं कि शायद मैं अपनी मर्जी नाल चल रहा, पर असी ये नहीं सोचते मेरी मर्जी कुछ नहीं है, मेरिया डिजायर्स ही हैं वो इस टाइम मैनू चला रही हैं। सो असी अपना कंट्रोल डिजायर्स से नहीं होंदा। उसी तरह इंद्रियां बारे अगर असी इंद्रियां नू कंट्रोल नहीं करते, तो इंद्रियां फिर सानू कंट्रोल कर रही होंदियां। ये एस्पैक्ट भी नाल समझ के चलना बहुत जरूरी है। सो यही सी साडी विचार
जो तिस भावै सोई करसी हुक्म न करना जाई, सो पातशाह सहा पात साहिब नानक रहन रजाई। He does what he pleases, no order can be issued to him। ਉਹਨੂੰ ਤੁਸੀਂ ਆਰਡਰ ਨਹੀਂ ਦੇ ਸਕਦੇ, ਹੁਕਮ ਨਾ ਕਰਨਾ ਜਾਏ। He is the supreme lord and the master of kings, Nanak remains subject to his will। अल्टीमेटली जो सामने आया है ਉਹਨੂੰ ग्रेसफुली एक्सेप्ट करो, डिजायर्स से कंट्रोल करो, डिजायर्स ਨੂੰ ਰੱਖੋ, पर ਉਹ डिजायर्स ਰੱਖੋ ਜੋ ਮੇਰੇ ਮਿਸ਼ਨ ਦੀ डायरेक्शन ਚ ਲੈ ਜਾਂਦੀ ਹੈ, ਜਾਂ ਫਿਰ ਉਹ ਨਿਊਟਰਲ ਹੈ, ਚਲੋ ਇਹ ਵੀ ਮੰਨ ਲਿਆ, पर मिशन तो परे ले जाने वाली डिजायर्स ਨੂੰ हटा दो। We need to pray and beseech that our karma as an outcome of our free will are in complete harmony with divine will। यही प्रार्थना करिए, परमात्मा मेरे सारे कर्म जड़े ने तेरी डिवाइन विल दी डायरेक्शन दे नाल अलाइनमेंट होए, उन्हां दी समरूपता होए, और वो फिर तां ही पॉसिबल है ਜਦੋਂ ਅਸੀਂ ਗੁਰੂ ਦੇ ਮਿਸ਼ਨ ਦੀ ਤਰਫ ਇੱਕ ਨਜ਼ਰ ਹਮੇਸ਼ਾ ਰੱਖੀਏ। ਉਹ ਮਿਸ਼ਨ ਮਿਲੇਗਾ ਜਾਂ ਨਹੀਂ ਮਿਲੇਗਾ, ਹਾਊ ਡੂ ਆਈ ਬਿਕਮ ਟਰੂਥ। ਸੋ ਅਗਰ ਮੈਨੂੰ ਸੱਚਿਆਰ ਹੋਣਾ ਹੈ ਤੇ ਮੈਨੂੰ ਹਰ ਡਿਜ਼ਾਇਰ ਨੂੰ ਇੱਕ ਵਾਰ ਉੱਥੋਂ ਚੈੱਕ ਕਰ ਲੈਣਾ ਚਾਹੀਦਾ ਹੈ, ਔਰ ਫਿਰ ਗੁਰੂ ਅਗਰ ਕਨਫਿਊਜ਼ਨ ਹੋਏ ਗੁਰੂ ਕੋਲੋਂ ਸਾਨੂੰ ਪੁੱਛ ਲੈਣਾ ਚਾਹੀਦਾ ਵੀ ਕੀ ਠੀਕ ਰਸਤਾ ਹੈ। ਗੁਰੂ ਸਾਹਿਬਾਨ ਮੈਂ ਕਨਫਿਊਜ਼ਡ ਹਾਂ, ਮੈਨੂੰ ਨਹੀਂ ਸਮਝ ਆ ਰਿਹਾ। ਗੁਰੂ ਸਾਹਿਬ ਜ਼ਰੂਰ ਰਾਹ ਦੇਣਗੇ। अरदास करो, हुक्मनामा लो, जो भी करो, जदों मुश्किल चो तुहानूं गुरु साहब जरूर रस्ता दसणगे। यही गुरु साहब ने साडा हाथ पकड़ के रखा है, और सानूं उस ते कदी भी डाउट नहीं होना चाहिए। वो गुरु साहब सक्षम ने सानूं परमात्मा की गोद विच बिठाण लई, which is extremely important for us। सो ये सी साडा बहुत बहुत सारिਆਂ ਦੀ ਧੰਨਵਾਦ। ਤੇ ਸਾਰੇ ਪਲੀਜ਼ ਅਨਮਿਊਟ ਕਰ ਲਓ ਤੇ ਅਸੀਂ ਫਤਿਹ ਬੁਲਾਈਏ। ਔਰ ਹੈਲੋ, ਮੈਂ ਜੋੜਕਾ ਸਾਹਿਬ ਨੂੰ ਬੇਨਤੀ ਕਰਾਂਗਾ ਉਹ ਜ਼ਰਾ ਫਤਿਹ ਬੁਲਾਣਗੇ। ਜੋੜਕਾ ਸਾਹਿਬ ਔਰ ਕਰਨਲ ਐਨਪੀ ਸਿੰਘ ਜੀ ਫਤਿਹ ਬੁਲਾਓ ਸਰ। ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।